ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ। ਸ਼੍ਰੀ ਹਰਿਗੋਬਿੰਦ ਸੁਮਤ ਪਰਗਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸਨ ਸੋਏ। ਦੋਹਰਾ ਤਨ ਇੰਦਰੀ ਮਨ ਪ੍ਰਾਣ ਅਨਾਤਮ ਲਖੋ ਆਕਾਰ ਅਗਿਆਨ ਸਹਿਤ ਤਮ। ਨਿਰੰਕਾਰ ਸਾਖੀ ਬ੍ਰਹਮਾਤਮਾ ਅਨਪੋ ਜਾਣੇ ਸੋ ਅਨਾਤਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਆਤਮ ਗਿਆਨ ਜੋ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਸਤਿਗੁਰਾਂ ਦੇ ਹੁਕਮ ਕਰਨ 'ਤੇ ਸੁਣਾਉਣਾ ਕੀਤਾ। ਤੋ ਇਸ ਸਾਖੀ ਦੀਆਂ ਅਖੀਰਲੀਆਂ ਪੰਕਤੀਆਂ ਆਪਾਂ ਨੇ ਸਰਵਣ ਕੀਤੀਆਂ ਸੀ। ਭਾਈ ਸਾਹਿਬ ਜੀ ਕਹਿ ਰਹੇ ਸੀਗੇ ਸਾਡਾ ਤਨ, ਸਾਡੀਆਂ ਇੰਦਰੀਆਂ, ਅੱਖਾਂ, ਕੰਨ, ਨੱਕ, ਜਿਹਵਾ ਆਦਿ ਇਹ ਸਾਰੀਆਂ ਔਰ ਮਨ ਪ੍ਰਾਣ ਇਹ ਅਨਾਤਮ ਹਨ। ਇਹ ਕੰਮ ਨਹੀਂ ਕਰਦੇ। ਜਿੰਨਾ ਚਿਰ ਇਹਨਾਂ ਵਿੱਚ ਚੇਤਨਾ ਹੈ ਉਹਨਾਂ ਚਿਰ ਇਹ ਕੰਮ ਕਰਦੇ ਆ। ਜਦੋਂ ਉਹ ਨਿਕਲ ਜਾਂਦਾ ਹੈ, ਜਿਹੜਾ ਵਿੱਚ ਬੋਲਦਾ ਹੈ, ਜਦੋਂ ਉਹ ਨਿਕਲ ਜਾਂਦਾ ਹੈ ਫਿਰ ਸਾਰੇ ਮਿੱਟੀ ਹੋ ਜਾਂਦੇ ਆ। ਅਤੇ ਸਾਨੂੰ ਇਹੀ ਗੱਲ ਜਾਣਨੀ ਹੈ ਵੀ ਅਸੀਂ ਕੀ ਹਾਂ। ਕੀ ਅਸੀਂ ਕੰਨ ਹਾਂ, ਅੱਖ ਹਾਂ ਜਾਂ ਹੱਥ ਪੈਰ ਹਾਂ। ਭਾਵ ਸਰੀਰ ਦੇ ਅੰਗੂਠੇ ਤੋਂ ਲੈ ਕੇ ਜੂੜੇ ਤੱਕ ਕਿਸੇ ਵੀ ਅੰਗ ਦਾ ਜਿਹੜਾ ਨਾਮ ਹੈ ਉਹ ਸਾਡਾ ਰੱਖਿਆ ਹੋਇਆ ਨਾਮ ਨਹੀਂ ਹੈ। ਜਿਵੇਂ ਕੰਪਿਊਟਰ ਵਿੱਚ ਕਿਸੇ ਪ੍ਰੋਗਰਾਮ ਦਾ ਨਾਮ ਰੱਖ ਦਿੰਦਾ ਅਗਲਾ, ਉਹ ਨਾਮ ਭਰੀਦਾ ਅਤੇ ਉਹੀ ਪ੍ਰੋਗਰਾਮ ਸਾਹਮਣੇ ਨਿਕਲ ਆਉਂਦਾ ਹੈ। ਮੋਬਾਈਲਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਇਹ ਤਾਂ ਨਾਮ ਰੱਖੇ ਗਏ ਆ ਦੁਨੀਆ ਵਿੱਚ ਜਾਣਕਾਰੀ ਵਾਸਤੇ। ਨਹੀਂ ਤਾਂ ਇੰਨੇ ਬੰਦਿਆਂ 'ਚੋਂ ਕਿਹਨੂੰ ਕਹੀਏ ਬੰਦਿਆ ਉਰੇ ਆ, ਸਾਰੇ ਬੰਦੇ ਆ ਕੋ ਸਤਨਾਮ ਸੀ। ਤਾਂ ਉਹ ਨਾਮ ਜਿਹੜੇ ਹਨ ਇਹ ਪਾਤਸ਼ਾਹ ਜੀ ਕਹਿੰਦੇ ਇਹ ਖਤਮ ਹੋਣ ਵਾਲੇ ਆ ਸਾਰੇ। ਸਰੀਰ ਵੀ ਖਤਮ ਹੋਣ ਵਾਲਾ ਹੈ, ਪਰ ਜੋ ਅਨਾਮੀ ਹੈ ਇਹਨਾਂ ਦੇ ਵਿੱਚ, ਜਿਸ ਦਾ ਨਾਮ ਇਹ ਨਹੀਂ ਹੈ ਜਿਹੜਾ ਆਪਾਂ ਰੱਖਿਆ ਹੋਇਆ, ਇਹ ਤਾਂ ਓਨਲੀ ਓਨੇ ਚਿਰ ਵਾਸਤੇ ਆ ਜਿੰਨਾ ਚਿਰ ਇਹ ਸਰੀਰ ਵਿੱਚ ਰਹਿ ਕੇ ਤੁਰਿਆ ਫਿਰਦਾ। ਪਰ ਜਦੋਂ ਇਹ ਨਿਕਲ ਗਿਆ ਫਿਰ ਇਹਦੇ ਨਾਲ ਇਹ ਨਾਮ ਵੀ ਨਹੀਂ ਜਾਂਦਾ, ਇਹ ਨਾਮ ਵੀ ਇੱਥੇ ਖਤਮ ਹੋ ਜਾਂਦਾ। ਅਤੇ ਇਹ ਸਰੀਰ ਜਿਹੜਾ ਹੈ 5 ਕਰਮ ਇੰਦਰੇ, 5 ਗਿਆਨ ਇੰਦਰੇ, 5 ਤੱਤ, 25 ਪ੍ਰਕਿਰਤੀਆਂ, ਇਹ ਵੀ ਸਭ ਕੁਝ ਅਨਾਤਮ ਹੋ ਜਾਂਦਾ ਜਦੋਂ ਵਿੱਚੋਂ ਆਤਮਾ ਆਪਾਂ ਨਿਕਲ ਜਾਂਦੇ ਹਾਂ।
ਪਰ ਲੱਖੋ ਆਕਾਰ ਅਗਿਆਨ ਸਹਿਤ। ਪਰ ਸਾਨੂੰ ਜੋ ਦਿਖਾਈ ਦਿੰਦਾ ਹੈ ਅਸੀਂ ਕਹਿੰਦੇ ਹਾਂ ਨਹੀਂ ਜਾ ਰਹੇ, ਮੇਰਾ ਪੁੱਤਰ ਹੈ, ਮੇਰੀ ਧੀ ਆ, ਮੇਰਾ ਦੋਸਤ ਹੈ, ਮੇਰਾ ਮਿੱਤਰ ਹੈ, ਮੇਰਾ ਬਾਪੂ ਹੈ, ਮੇਰੀ ਬੇਬੇ ਆ। ਪਾਤਸ਼ਾਹ ਕਹਿੰਦੇ ਅਸਲ ਵਿੱਚ ਜਿਨ੍ਹਾਂ ਨੂੰ ਤੁਸੀਂ ਇਹ ਸਮਝ ਰਹੇ ਹੋ ਕਿ ਇਹ ਹੈ, ਅਸਲ ਵਿੱਚ ਇਹ ਹੈ ਹੀ ਨਹੀਂ। ਜੋ ਇਹ ਜਾਣੋ ਸੋਏ ਨਾਹੇ, ਬਾਣੀ ਦਾ ਬਚਨ ਹੈ। ਜੋ ਇਹ ਜਾਣੋ ਸੋਏ ਨਾਹੇ, ਜਾਣਨ ਹਾਰੇ ਕੋ ਬਲ ਜਾਓ। ਤੇ ਜਿਹਨੇ ਜਾਣ ਲਿਆ ਮੈਂ ਬਲਿਹਾਰੇ ਜਾਵਾਂ ਉਹਨਾਂ ਤੋਂ। ਇਹ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤਹ ਆਤਮ ਹੈ, ਆਤਮਕ ਸ੍ਰੀ ਵਾਸਵ ਦਿਵਸ। ਜੇ ਕੋ ਜਾਣੈ ਭਿਓ, ਨਾਨਕ ਤਾਂ ਕਾ ਦਾਸ ਹੈ। ਕਿੱਡੀ ਵੱਡੀ ਗੱਲ ਕਹੀ ਆ ਗੁਰੂਆਂ ਨੇ। ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦਿਓ। ਉਹ ਰੱਬ ਹੀ ਹੋ ਜਾਊਗਾ ਜਿਹਨੇ ਭੇਤ ਜਾਣ ਲਿਆ। ਤੇ ਜਾਣੋ ਕੌਣ? ਜਿਸੇ ਜਨਾਏ ਸੋ ਜਨ ਜਾਣੈ, ਨਾਨਕ ਹਰ ਗੁਣ ਆਂਖ ਵਖਾਣੈ। ਇਸ ਕਰਕੇ ਲੱਖੋ ਆਕਾਰ ਅਗਿਆਨ ਸਹਿਤ ਤਮ, ਅਗਿਆਨਤਾ ਦੇ ਹਨੇਰੇ ਕਰਕੇ ਹੀ ਤੁਹਾਨੂੰ ਇਹ ਅਗਿਆਨਤਾ ਦੇ ਕਾਰਨ ਹੀ ਸਭ ਕੁਝ ਦਿਖਾਈ ਦਿੰਦਾ ਹੈ। ਜਿਹਦੇ ਗਿਆਨ ਹੋ ਗਿਆ ਤੁਸੀਂ ਕਹੋਗੇ ਇਹ ਤਾਂ ਹੈ ਹੀ ਨਹੀਂ। ਜਿਵੇਂ ਸੁੱਤੇ ਪਏ ਨੂੰ ਸੁਪਨਾ ਸੱਚ ਲੱਗਦਾ ਹੈ, ਜਦੋਂ ਕਿਸੇ ਨੇ ਜਗਾ ਦਿੱਤਾ ਫਿਰ ਉਹ ਸੁਪਨਾ ਹੈ ਹੀ ਨਹੀਂ। ਕਹੋ ਸਤਨਾਮ, ਸੁਪਨੇ ਵਾਲਾ ਸਮਾਨ ਵੀ ਹੈ ਨਹੀਂਗਾ। ਤਾਂ ਉਸੇ ਤਰ੍ਹਾਂ ਹੀ ਹੁਣ ਅਸੀਂ ਸੁੱਤੇ ਹੋਏ ਤੁਰੇ ਫਿਰਦੇ ਹਾਂ, ਅਗਿਆਨਤਾ ਦੀ ਨੀਂਦ ਵਿੱਚ ਸੁੱਤੇ ਹੋਏ ਹਾਂ, ਅਤੇ ਅਸੀਂ ਸਮਝ ਰਹੇ ਹਾਂ ਸਾਡੇ ਆਸੇ ਪਾਸੇ ਬਹੁਤ ਕੁਝ ਹੋ ਰਿਹਾ। ਪਰ ਜਿੱਦੇ ਗੁਰੂ ਨੇ ਜਗਾਤੇ ਉਹਦੇ ਸਭ ਕੁਝ ਖਤਮ ਹੋ ਜਾਣਾ। ਜਾਗ ਲੇਹੋ ਰੇ ਮਨਾ ਜਾਗ ਲੇਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਮੇਰੇ ਪ੍ਰੀਤਮ ਜੀ ਕਹਿੰਦੇ ਜਿੰਨਾ ਚਿਰ ਬੰਦਾ ਇਹਨਾਂ ਨੂੰ ਆਪਣੇ ਜਾਣਦਾ ਹੈ, ਅਸਲ ਵਿੱਚ ਇਹ ਅਗਿਆਨਤਾ ਵਿੱਚ ਹੈ ਜੀ। ਚੌਪਈ ਤਨ ਇੰਦਰੀ ਮਨ ਪ੍ਰਾਣ ਅਨਾਤਮ, ਲੱਖੋ ਆਕਾਰ ਅਗਿਆਨ ਸਹਿਤ ਤਮ। ਸਰੀਰ, ਇੰਦਰੀਆਂ, ਮਨ, ਬੁੱਧ, ਚਿੱਤ, ਹੰਕਾਰ ਇਹ ਸਭ ਅਨਾਤਮਾ ਹਨ। ਭਾਵ ਇਹਨਾਂ ਵਿੱਚ ਆਪਾਂ ਨਹੀਂ ਹਾਂ। ਆਪਨ ਪਉ ਅਤੇ ਲੱਖੋ ਆਕਾਰ ਅਗਿਆਨ ਸਹਿਤ ਤਮ। ਇਹ ਅਗਿਆਨਤਾ ਦੇ ਹਨੇਰੇ ਕਰਕੇ ਭੁਲੇਖਾ ਪੈ ਰਿਹਾ ਹੈ। ਨਿਰੰਕਾਰ ਸਾਖੀ ਬ੍ਰਹਮਾਤਮਾ, ਆਪਨ ਆਪੋ ਜਾਣੇ ਸੋ ਜੋ ਨਾਤਮ। ਔਰ ਜਿਹੜਾ ਨਿਰੰਕਾਰ ਹੈ, ਸਾਖੀ ਜਿਸ ਦੇ ਕਾਰਨ ਇਹ ਸਰੀਰ ਚੱਲਦਾ ਹੈ, ਸਾਖੀ ਜਿਹਨੂੰ ਇਹਨੂੰ ਚਲਾ ਰਿਹਾ ਹੈ, ਸਾਖੀ ਜਿਹੜਾ ਇਹਦੇ ਵਿੱਚ ਬੈਠਾ, ਨਿਰਾਕਾਰ ਆਤਮਾ ਚੇਤਨਾ ਸਾਡੀ ਬ੍ਰਹਮ, ਪਾਰ ਬ੍ਰਹਮ। ਬ੍ਰਹਮ ਅਸੀਂ ਸਾਰੇ ਹਾਂ ਅਤੇ ਪਾਰ ਬ੍ਰਹਮ ਪਰਮੇਸ਼ਰ ਹੈ, ਜਾਂ ਫਿਰ ਉਹ ਰੱਬ ਦੇ ਪਿਆਰੇ ਜਿਨ੍ਹਾਂ ਨੇ ਪਾਰ ਬ੍ਰਹਮ ਨੂੰ ਜਾਣ ਲਿਆ। ਹਰ ਕਾ ਸੇਵਕ ਸੋ ਹਰ ਜਿਹਾ ਹੋ ਗਏ। ਪ੍ਰੀਤਮ ਜੀ ਕਹਿੰਦੇ ਬ੍ਰਹਮ ਆਤਮਾ ਆਪਨ ਪਉ ਜਾਣੇ ਸੋ ਅਨਾਤਮ। ਜਿਨ੍ਹਾਂ ਨੇ ਆਪਣੇ ਆਪ ਨੂੰ ਜਾਣ ਲਿਆ ਕਿ ਮੈਂ ਕੌਣ ਹਾਂ, ਉਹਨਾਂ ਵਾਸਤੇ ਸਭ ਕੁਝ ਅਨਾਤਮ ਮਿੱਟੀ ਹੋ ਜਾਵੇਗਾ। ਚਿਤ ਬ੍ਰਹਮ ਨਿਜ ਦਖ ਨਾਹੀ, ਸੋ ਆਕਾਰ ਨਿਰੰਕਾਰ ਨਹਿ। ਤੂੰ ਆਪਣੇ ਆਪ ਨੂੰ ਚੇਤਨ ਬ੍ਰਹਮ ਨਹੀਂ ਸਮਝਿਆ। ਜਿਸ ਨੂੰ ਤੂੰ ਆਪਣਾ ਆਪਾ ਸਮਝਿਆ ਉਹ ਨਿਰਾ ਆਕਾਰ ਤੇ ਨਿਰਕਾਰਨ। ਭਾਵ ਜਿਨ੍ਹਾਂ ਸਰੀਰਾਂ ਨੂੰ ਆਪਣਾ ਆਪਾ ਸਮਝਿਆ ਤੂੰ ਉਹ ਨਹੀਂ ਹੈ। ਜਿਹੜਾ ਨਿਰ ਆਕਾਰ ਹੈ ਉਹ ਤੂੰ ਹੈ। ਜੋ ਮਰਨ ਵੇਲੇ ਮਨੁੱਖ ਦੇ ਵਿੱਚੋਂ ਜੋ ਨਿਕਲਦਾ ਹੈ ਉਹ ਸਾਨੂੰ ਦਿਸਦਾ ਨਹੀਂ, ਕਿਉਂਕਿ ਉਹਦਾ ਆਕਾਰ ਨਹੀਂ ਹੈ। ਪਰ ਜਿੰਨਾ ਚਿਰ ਉਹ ਸੀਗਾ ਓਨਾ ਚਿਰ ਇਹ ਆਕਾਰ ਵੀ ਚੱਲਦਾ ਸੀ। ਜਦੋਂ ਨਿਕਲ ਗਿਆ ਇਹ ਆਕਾਰ ਵੀ ਡਿੱਗ ਪਿਆ, ਸਰੀਰ ਵੀ ਢਹਿ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਤੂੰ ਆਪਣੇ ਆਪ ਨੂੰ ਚੇਤਨ ਬ੍ਰਹਮ ਨਹੀਂ ਸਮਝਿਆ। ਜਿਹਨੂੰ ਤੂੰ ਜੋ ਸਮਝਿਆ ਉਹ ਅਸਲ ਵਿੱਚ ਆਕਾਰ ਹਨ। ਪਰਮੇਸ਼ਰ ਨਿਰਾਕਾਰ ਹੈ ਜੀ। ਜੋ ਆਪਨਾ ਪੋ ਨਾਹੀ ਬਿਸਰ, ਪਰਿਉ ਜੋ ਆਪ ਹੀ। ਜਦ ਤੂੰ ਆਪ ਹੀ ਆਪਣੇ ਆਪ ਨੂੰ ਵਿਸਰ ਗਿਆ ਹੈ, ਆਪੋ ਭੁੱਲੀ ਨਾਨਕਾ ਵਿਆਪਨ ਸਭੇ ਰੋਗ। ਜਾਂ ਇੱਦਾਂ ਵੀ ਬਚਨ ਹੈ ਜਗਜੀਵ ਤੇ ਭੁੱਲਿਆ ਵਿਆਪਨ ਸਭੇ ਰੋਗ। ਜੋ ਸਾਨੂੰ ਸੰਸਾਰ ਦੇ ਵਿੱਚ ਜੀਵਨ ਦੇਣ ਵਾਲਾ ਹੈ ਉਹਨੂੰ ਭੁਲਾ ਕੇ ਜਾਂ ਆਪਣੇ ਆਪ ਨੂੰ ਭੁਲਾ ਕੇ ਹੀ ਸਾਰੀਆਂ ਬਿਮਾਰੀਆਂ ਪੈਦਾ ਕੀਤੀਆਂ। ਤਦੋਂ ਹੀ ਤਾਂ ਆਪਣਾ ਆਪ ਸਹੀ ਨਹੀਂ ਜਾਣਿਆ ਬਈ ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਅਤੇ ਜਿਹੜਾ ਮੇਰਾ ਦੇਸ਼ ਹੈ ਉੱਥੇ ਕਿਵੇਂ ਜਾਵਾਂਗਾ। ਦੋਹਰਾ ਗੁਰੂ ਈਸ਼ਰ ਮੂਰਤ ਗਿਆਨ ਕੀ, ਸਿੱਖ ਸੰਸਾਰ ਤੇ ਪਾਰ। ਹੁਣ ਅਗਲੀ ਸਾਖੀ ਚਲਾਉਂਦੇ ਹਨ ਭਾਈ ਸਾਹਿਬ ਜੀ। ਵੇਦਾਂਤ ਵਿਚਾਰ ਕੁਝ ਵੇਦਾਂ ਦੇ ਵਿੱਚੋਂ, ਕੁਝ ਗ੍ਰੰਥਾਂ ਦੇ ਵਿੱਚੋਂ
ਉਦਾਹਰਨਾਂ ਦੇ ਕੇ ਇਸ ਗੱਲ ਨੂੰ ਕਲੀਅਰ ਕਰਦੇ ਹਨ ਕਿ ਆਪਾਂ ਕੌਣ ਹਾਂ, ਅਸਲ ਵਿੱਚ ਆਪਾਂ ਕੌਣ ਹਾਂ। ਕਿਉਂਕਿ ਇਹ ਸਾਰੀਆਂ ਵਿਚਾਰਾਂ ਧਾਰਮਿਕ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹੈ, 10ਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੀ ਹੈ, ਔਰ ਇਤਿਹਾਸ ਦੀਆਂ ਸਾਖੀਆਂ ਵਿੱਚ ਵੀ ਇਹ ਗੱਲ ਕਿਤੇ ਕਿਤੇ ਆ ਜਾਂਦੀ ਆ। ਪੁਰਾਣੇ ਵੇਦਾਂ ਵਿੱਚ ਵੀ ਇਹ ਸਿਆਣੇ ਬੁੱਧੀਜੀਵੀਆਂ ਨੇ ਲਿਖੀਆਂ। ਤਾਂ ਦੋਹਰਾ ਗੁਰੂ ਈਸ਼ਰ ਮੂਰਤ ਗਿਆਨ ਕੇ ਸਿੱਖ ਸੰਸਾਰ ਤੇ ਪਾਰ, ਜਿਹੜਾ ਗੁਰੂ ਹੈ ਉਹ ਰੱਬ ਦਾ ਹੀ ਦੂਸਰਾ ਰੂਪ ਹੈ। ਸਿੱਖ ਨੂੰ ਵੀ ਕਹਿ ਦਿੱਤਾ ਹਰਿ ਕਾ ਸੇਵਕ ਸੋ ਹਰਿ ਜਿਹਾ, ਤੇ ਗੁਰੂ ਵੀ ਹਰੀ ਦਾ ਸਰੂਪ ਹੈ। ਵਾਹੋ ਬਾਹੋ ਬਾਣੀ ਨਿਰੰਕਾਰ ਹੈ, ਇਹ ਵੀ ਤਾਂ ਕਿਹਾ ਨਾ ਬਾਣੀ 'ਚ। ਤਾਂ ਬਾਣੀ ਕੀ ਹੈ? ਗਿਆਨ ਸਰੂਪ ਹੈ। ਨਿਰੰਕਾਰ ਵੀ ਗਿਆਨ ਸਰੂਪ ਹੈ। ਤਾਂ 10 ਗੁਰੂਆਂ ਨੇ ਕਿਤੇ ਵੀ ਆਪਣੀ ਫੋਟੋ ਪੂਜਣ ਦਾ ਹੁਕਮ ਨਹੀਂ ਦਿੱਤਾ ਗਾ। ਜੇ ਕਿਤੇ ਇਸ ਚੀਜ਼ 'ਤੇ ਸਤਿਗੁਰੂ ਨਾ ਗੌਰ ਕਰਦੇ ਤਾਂ ਹੋ ਸਕਦਾ ਅਸੀਂ ਵੀ ਦੂਜੇ ਲੋਕਾਂ ਵਾਂਗੂ ਗੁਰੂ ਦੀਆਂ ਮੂਰਤੀਆਂ ਬਣਾ ਕੇ ਬਹਿ ਜਾਂਦੇ। ਤਾਂ 10ਵੇਂ ਪਾਤਸ਼ਾਹ ਨੇ ਆਪਣੇ ਸਮੇਂ ਦੇ ਦੌਰਾਨ ਹੀ ਕਹਿ ਦਿੱਤਾ, ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨ ਰੰਚ ਕਮਾਨ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ। ਮੈਂ ਸਰੀਰ ਨਹੀਂ ਹਾਂ, ਮੈਂ ਸ਼ਬਦ ਹਾਂ, ਤੇ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੀ ਹਨ। ਸ਼ਬਦ ਤੋਂ ਹੀ ਦੁਨੀਆ ਬਣੀ ਆ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦ ਹੈ ਸ਼ਬਦ ਭਇਆ ਪ੍ਰਕਾਸ਼, ਸਗਲ ਸਮੱਗਰੀ ਸ਼ਬਦ ਕੇ ਪਾਛੈ, ਨਾਨਕ ਸ਼ਬਦ ਘਟੈ ਘਟ ਆਛੈ। ਸ਼ਬਦ ਕੋ ਚੀਨ ਭਾਈ, ਸ਼ਬਦ ਕੋ ਖੋਜ ਭਾਈ। ਗੁਰੂਆਂ ਦੇ ਸਮੇਂ ਵਿੱਚ ਵੀ ਗੁਰੂ ਦੇ ਕਹੇ ਬਚਨਾਂ ਨੂੰ ਖੋਜਣਾ ਕਰਦੇ ਸੀ, ਜਾਣਨਾ ਕਰਦੇ ਸੀ। ਉਸ ਵੇਲੇ ਵੀ ਜਿਹੜੇ ਸਿੱਖ ਹੋਏ ਉਹਨਾਂ ਨੇ ਗੁਰੂ ਸਾਹਿਬ ਦੇ ਬਚਨਾਂ ਨੂੰ ਸਮਝਣਾ ਤੇ ਮੰਨਣਾ ਕੀਤਾ। ਸੁਣਿਆ ਮੰਨਿਆ ਮਨ ਕੀਤਾ ਆਪਾਂ, ਉਹ ਪ੍ਰਵਾਨ ਹੋਏ। ਅੱਜ ਵੀ ਉਹੀ ਗੱਲ ਹੈ। ਅੱਜ ਵੀ ਗੁਰੂ ਸਾਡੇ ਕੋਲੋਂ ਕਿਤੇ ਨਹੀਂ ਗਿਆ, ਉਹਨਾਂ ਦੇ ਸੁੰਦਰ ਬਚਨ ਸਾਡੇ ਕੋਲ ਹੈ। ਇਸ ਕਰਕੇ ਗੁਰੂ ਜਿਹੜਾ ਹੈ ਉਹ ਗਿਆਨ ਸਰੂਪ ਹੈ। ਸੰਸਾਰ ਦੇ ਵਿੱਚੋਂ ਸਿੱਖਾਂ ਨੂੰ ਪਾਰ ਕਰਨ ਲਈ ਜੀ ਸਿੱਖ ਵਿਵੇਕ ਵਿਰਾਗ ਮੁਕਤਾ ਤੀਨਾ, ਖੜਦਾ ਚਤੁਰਥ ਸਮਦਨ ਚੀਨਾ। ਹਾਂ, ਗੁਰੂ ਵਿੱਚ ਕੀ ਹੈ? ਬ੍ਰਹਮ ਗਿਆਨ। ਸੋ ਸਤਿਗੁਰ ਉਤਮ ਅਧਿਕ, ਇਤਰ ਗੁਰੂ ਵਿਵਹਾਰ। ਹੋਰ ਗੁਰੂ ਦਾ ਕੀ ਵਿਹਾਰ, ਮਾਤਰ ਹਨ ਬਾਕੀ ਸਾਰੇ। ਅਸਲ ਵਿੱਚ ਗੁਰੂ ਤਾਂ ਗੁਰੂ ਹੈ ਜੇ ਉਹਦੇ ਵਿੱਚ ਗਿਆਨ ਹੈ, ਤੇ ਜੇ ਗਿਆਨ ਨਹੀਂ ਤੇ ਫਿਰ ਮਾਏ ਮੁੰਡੋ ਤੇ ਗੁਰੂ ਕੀ, ਜਾਂ ਤੇ ਭਰਮ ਨ ਜਾਏ, ਆਪ ਡੁੱਬੇ ਚੌ ਵੇਦ ਮੇ ਚੇਲੇ ਦੀਏ ਬਹਾਏ। ਇਸ ਕਰਕੇ ਗਿਆਨ ਕਰਕੇ ਅਸੀਂ ਗੁਰੂ ਹਾਂ। ਤੇ ਗੁਰੂ ਦਾ ਆਖਰੀ ਅਰਥ ਬਣਦਾ ਹੈ ਗੋ ਮਤਲਬ ਗੁਪ ਹਨੇਰਾ, ਤੇ ਰੂ ਮਤਲਬ ਰੋਸ਼ਨੀ। ਜਿਹੜਾ ਸਾਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾਵੇ ਉਹ ਗੁਰੂ ਹੈ। ਕਹੋ ਸਤਿਨਾਮ। ਗੁਰਬਾਣੀ ਵੀ ਇਹੀ ਕਾਰਜ ਕਰਦੀ ਆ। ਸੋ ਸਤਿਗੁਰੂ ਉਤਮ ਅਧਿਕ, ਇਤਰ ਗੁਰੂ ਵਿਵਹਾਰ। ਇਹ ਤਾਂ ਹੈ ਗੁਰੂ ਦਾ ਸਰੂਪ। ਹੁਣ ਸਿੱਖ ਕੀ ਹੈ? ਵਿਵੇਕ ਵਿਰਾਗ ਮੁਕਤਾ ਤੀਨਾ, ਖਟਦਾ ਚਤੁਰਥ ਸਮਦਮ ਚੀਨਾ। ਸਿੱਖ ਕੌਣ ਹੈ? ਸਿੱਖ ਦੀ ਡੈਫੀਨੇਸ਼ਨ ਭਾਈ ਸਾਹਿਬ ਜੀ ਨੇ ਦੱਸਣੀ ਕੀਤੀ। ਸਿੱਖ ਹੈ ਜਿਹੜਾ ਵਿਵੇਕ ਰੱਖਦਾ ਹੋਵੇ, ਗਿਆਨ ਰੱਖਦਾ ਹੋਵੇ। ਭਾਵ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਵਿਵੇਕ ਰੱਖਦਾ, ਜਿਹੜਾ ਇੱਕ ਨਾਲ ਜੁੜਿਆ, ਜਿਹਨੂੰ ਚੰਗੇ ਮਾੜੇ ਦਾ, ਸੱਚੇ ਝੂਠੇ ਦਾ ਗਿਆਨ ਹੋ ਗਿਆ, ਜਿਹਦੇ ਅੰਦਰ ਵਿਰਾਗ ਹੈ ਪਰਮੇਸ਼ਰ ਨੂੰ ਪਾਉਣ ਦਾ, ਜਿਹਦੇ ਅੰਦਰ ਮਮੁਖਤਾ ਮੁਕਤੀ ਦੀ ਇੱਛਾ ਹੈ। ਖਸ਼ਟ ਚਤੁਰਥ ਸਮਦਮ ਚੀਨ, ਜਿਸ ਨੇ ਆਪਣੇ ਅੰਦਰ ਖਟ ਸੰਪਤੀ ਜੋ ਇਹ ਹੈ 6 ਚੀਜ਼ਾਂ, ਸਮਦਮ ਉਪਰਤੀ ਸੰਸਾਰ ਤੋਂ ਉੱਚੀ ਉੱਠਣਾ, ਤਤਿਖਿਆ ਸ਼ਰਧਾ ਸਮਾਧਾਨ, ਇਹ 4 ਵਿਵੇਕ ਵਿਰਾਗ ਮੋਖ ਤੇ ਇੱਛਾ। ਇਹ ਹੋ ਗਏ 6 ਸੰਪਤੀਆਂ ਭਾਵ ਖਜ਼ਾਨਾ। ਸਿੱਖ ਕੌਣ ਹੈ? ਜਿਹਦੇ ਕੋਲੇ ਇਹ ਖਜ਼ਾਨਾ ਹੋਵੇ ਉਹ ਸਿੱਖ ਹੈ ਜੀ। ਉਪਰਤ ਤਤਿਖਿਆ ਸ਼ਰਧਾ ਕਰੈ, ਸਮਾਧਾਨ ਚਤੁਸ਼ਟੇ ਧਰੇ। ਤੋ ਜਿਸ ਦੇ ਅੰਦਰ ਇਹ ਚੀਜ਼ਾਂ ਆ ਗਈਆਂ, ਵਿਵੇਕ ਵਿਰਾਗ ਮੋਖ ਦੀ ਇੱਛਾ, ਔਰ ਚੌਥੀ 6 ਚੀਜ਼ਾਂ ਦਾ ਇੱਕ ਪੁਆਇੰਟ, ਸਮਦਮ ਉਪਰਤ ਤਤਿਖਿਆ ਸ਼ਰਧਾ ਸਮਾਧਾਨ। ਇਹ 4 ਵਿਵੇਕ ਵਿਰਾਗ ਮੋਖ,
ਇੱਛਾ ਆਦਿ ਇਹ ਖਟ ਸੰਪਤੀ ਜਿਨ੍ਹਾਂ ਦੇ ਕੋਲ ਹੈ, ਜਿਨ੍ਹਾਂ ਦੇ ਅੰਦਰ ਇਹ ਗਿਆਨ ਹੈ, ਮੈਂ ਉਹਨਾਂ ਨੂੰ ਸਿੱਖ ਕਹਾਂਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਉਹ ਸਿੱਖ ਨੂੰ ਝਿੜਕ ਮਾਰਦੇ ਆ ਜਿਹੜਾ ਬਾਹਰੀ ਤੌਰ ਤੇ ਕੇਵਲ ਸਿੱਖ ਹੈ, ਅੰਦਰੋਂ ਨਹੀਂ ਹਜੇ ਸੁਧਾਰ ਕੀਤਾ। ਬਿਨ ਪੌਲ ਕੇਸ ਧਰੇ ਤੇ ਭੇਖੀ ਮੂੜਾ ਸਿੱਖ। ਜੇ ਕੋਈ ਕਹੇ ਮੈਂ ਕੇਸ ਰੱਖ ਲਏ, ਦਾੜੀ ਰੱਖ ਲਈ, ਮੈਂ ਸਿੱਖ ਬਣ ਗਿਆ, ਨਹੀਂ। ਪਾਤਸ਼ਾਹ ਕਹਿੰਦੇ ਜ਼ਰੂਰੀ ਨਹੀਂ ਹੈ ਕਿ ਕੇਸਾ ਦਾੜੀ ਰੱਖ ਕੇ ਕੋਈ ਸਿੱਖ ਬਣ ਜਾਵੇ। ਸਿੱਖ ਉਦੋਂ ਬਣੇਗਾ ਜਦੋਂ ਇਹ ਰਹਿਣੀ ਰਹੇ ਸੋਈ ਸਿੱਖ ਮੇਰਾ ਸੋ ਸਹਿ ਮੈਂ, ਤਿਸ ਕਾ ਚੇਰਾ ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ, ਰਹਿਤ ਬਿਨਾ ਨਾ ਸਿੱਝੈ ਕੋਈ ਤਾਂ ਤੇ ਰਹਿਤ ਸੋ ਦ੍ਰਿੜ ਕਰ ਹੋਈ। ਪ੍ਰੀਤਮ ਜੀ ਕਹਿੰਦੇ ਇਸ ਤਰ੍ਹਾਂ ਉਸ ਨੂੰ ਅਸੀਂ ਸਿੱਖ ਮੰਨਦੇ ਹਾਂ ਜੋ ਉਪਰਤ ਦਿਖਿਆ ਸ਼ਰਦਾ ਕਰੈ, ਸਮਾਦਾਨ ਚ ਤਿਸ਼ਟੇ ਧਰੇ। ਤਾਂ ਸਿੱਖ ਸੋਈ ਲਖ ਲਹਿ ਕਲਿਆਣ, ਮੈਂ ਉਸੇ ਨੂੰ ਸਿੱਖ ਸਮਝਦਾ ਹਾਂ, ਉਹ ਹੀ ਕਲਿਆਣ ਪ੍ਰਾਪਤ ਕਰੇਗਾ। ਅਪਰ ਦੇਹ ਪੇਖਣ ਕੋ ਜਾਣ, ਬਾਕੀ ਸਾਰੇ ਸਿੱਖ ਦੇਹ ਪਾਲਣ ਹਾਰੇ ਜਾਣੋ। ਭਾਵ ਕੇਵਲ ਤੇ ਕੇਵਲ ਸਰੀਰ ਪਾਲਣ ਵਾਸਤੇ ਵੀ ਬਹੁਤੇ ਸਿੱਖ ਬਣ ਜਾਂਦੇ ਆ। ਕਈ ਬੱਚਿਆਂ ਨੂੰ ਕਿਤੇ ਨੌਕਰੀ ਨਾ ਮਿਲੇ, ਉਹ ਤਾਂ ਮੈਂ ਕਹਿਣਾ ਵੀ ਚੰਗੀ ਗੱਲ ਹੈ, ਚੱਲ ਬਾਣੀ ਪੜ੍ਹਦਾ ਹੈ, ਚੰਗੀ ਗੱਲ ਹੈ। ਪਰ ਜੇ ਕੇਵਲ ਪੇਟ ਪਾਲਣ ਵਾਸਤੇ ਹੀ ਪਾਠ ਕਰਦਾ ਤੇ ਜਦੋਂ ਕਿਸੇ ਹੋਰ ਪਾਸੇ ਚਲਿਆ ਗਿਆ ਤੇ ਫਿਰ ਸਿੱਖੀ ਛੱਡ ਦੇਣੀ। ਕਿਰਪਾਨ ਪਾਈ ਹੈ ਵੀ ਮੈਂ ਪਾਠੀ ਬਣ ਗਿਆ, ਹੁਣ ਪਾਠ ਕਰਾਉਣ ਲੱਗ ਪਏ। ਪਰ ਜੇ ਉਸ ਬਾਣੀ ਦਾ ਆਪਣੇ ਉੱਤੇ ਕੋਈ ਅਸਰ ਨਹੀਂ ਕੀਤਾ, ਕੱਲ੍ਹ ਨੂੰ ਕੋਈ ਹੋਰ ਨੌਕਰੀ ਵੱਡੀ ਮਿਲ ਜਾਂਦੀ ਆ, ਪਾਠਾਂ ਨੂੰ ਛੱਡ ਕੇ ਉਹ ਚਲਿਆ ਜਾਂਦਾ ਤੇ ਫਿਰ ਕਿਰਪਾਨ ਲਾ ਕੇ ਰੱਖ ਦਿੰਦਾ ਹੈ। ਉਹਨੂੰ ਕਹਿੰਦੇ ਹੈ ਪੇਟ ਪਾਲਣ ਵਾਲੇ ਸਿੱਖ। ਕਹੋ ਸਤਿਨਾਮ। ਸਿੱਖ ਦੇ ਵਿੱਚ ਲੱਛਣ ਹੋਣੇ ਜ਼ਰੂਰੀ ਆ। ਸੋ ਸਿੱਖ ਸਖਾ ਬੰਧ ਪੈ ਭਾਈ, ਸਪਸ਼ਟ ਪਾਤਸ਼ਾਹ ਨੇ ਤੀਜੇ ਪਾਤਸ਼ਾਹ ਨੇ ਬਾਣੀ 'ਚ ਲਿਖਿਆ। ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸਿੱਖ ਸੋਈ ਲਖ ਲਹਿ ਕਲਿਆਣ, ਅਪਰ ਦੇਹ ਪੋਖਣ ਕੇ ਜਾਣ। ਬਾਕੀ ਸਭ ਸਰੀਰ ਪੱਖ ਪੋਲਣ ਵਾਸਤੇ, ਸਰੀਰ ਪਾਲਣ ਵਾਸਤੇ, ਪੋਸ਼ਣ ਵਾਸਤੇ ਹੀ ਜਿਹੜੇ ਆਪਣੇ ਆਪ ਨੂੰ ਸਿੱਖ ਦਾ ਦਿਖਾਵਾ ਕਰਦੇ ਹਨ, ਪਰ ਅੰਦਰੋਂ ਸਿੱਖ ਨਹੀਂ ਹੈਗੇ, ਮੈਂ ਉਹਨਾਂ ਨੂੰ ਸਿੱਖ ਨਹੀਂ ਮੰਨਦਾ ਜੀ। ਉਪਦੇਸ਼ ਹੋਏ ਵਿਚਾਰ ਆਤਮਾ ਨਾਤਮ, ਗਿਆਨ ਸਰੂਪ ਪਾਏ ਪੁਰ ਹਾਤਮ। ਜਿਸ ਵਿੱਚ ਆਤਮਾ ਅਨਾਤਮਾ ਦਾ ਵਿਚਾਰ ਹੋਵੇ, ਆਤਮਾ ਚੇਤਨਾ ਦਾ ਕਿੱਥੇ ਹੈ ਕਿੱਥੇ ਨਹੀਂ ਹੈ, ਜਿਹਦੇ ਵਿੱਚ ਚੰਗੇ ਮਾੜੇ ਦਾ, ਜਿਹਦੇ ਵਿੱਚ ਇਹ ਗਿਆਨ ਹੁੰਦਾ, ਵਿਵੇਕ ਬੁੱਧੀ ਹੁੰਦੀ ਹੈ, ਗਿਆਨ ਸਰੂਪ ਪਾਏ ਉਹ ਆਤਮ, ਉਹ ਗਿਆਨ ਪ੍ਰਾਪਤ ਕਰਕੇ ਅਗਿਆਨਤਾ ਨੂੰ ਹਾਤਮ ਹੱਤਿਆ ਕਰ ਲੈਂਦਾ, ਖਤਮ ਕਰ ਲੈਂਦਾ ਹੈ ਤੇ ਪਰਮੇਸ਼ਰ ਵਿੱਚ ਮਿਲ ਜਾਂਦਾ ਜੇ। ਸਿੱਖ ਕੇ ਨਾਸ ਹੈ ਬੰਦ ਕਲੇਸ਼, ਤਿਸ ਕੋ ਨਾਮ ਭਨੇ ਉਪਦੇਸ਼। ਜਿਸ ਨਾਲ ਸਿੱਖ ਦੇ ਬੰਧਨ ਤੇ ਕਲੇਸ਼ ਦੂਰ ਹੋ ਜਾਂਦੇ ਹਨ, ਉਸ ਨੂੰ ਉਪਦੇਸ਼ ਕਹਿੰਦੇ ਹਨ। ਪਹਿਲਾਂ ਗੁਰੂ ਕੌਣ ਹੈ, ਫਿਰ ਸਿੱਖ ਕੌਣ ਹੈ, ਹੁਣ ਉਪਦੇਸ਼ ਕੀ ਹੈ? ਉਪਦੇਸ਼ ਹੈ ਜਿਹਦੇ ਵਿੱਚ ਚੰਗੇ ਮਾੜੇ ਦਾ ਗਿਆਨ ਰੱਖਿਆ ਸਤਿਗੁਰਾਂ ਨੇ। ਸਾਰੀ ਬਾਣੀ ਉਪਦੇਸ਼ ਸਰੂਪ ਹੈ, ਜਿਸ ਦੇ ਵਿੱਚ ਸਾਨੂੰ ਜੀਵਨ ਜਾਚ ਸਿਖਾਈ ਗਈ ਹੈ। ਇੱਥੇ ਜੇ ਜਿਉਣਾ ਸਿਖਾਇਆ ਤੇ ਮਰਨਾ ਵੀ ਸਿਖਾਇਆ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਇੱਥੇ ਜਿਉਣਾ ਸਿਖਾਇਆ ਜਾਂਦਾ, ਜੀਵਨ ਕਿਹੋ ਜਿਹਾ ਹੋਵੇ, ਤੇ ਇੱਥੇ ਮਰਨਾ ਵੀ ਸਿਖਾਇਆ ਜਾਂਦਾ ਹੈ। ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਹਿ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਉਪਦੇਸ਼ ਕੀ ਹੈ? ਜਿਹਦੇ ਵਿੱਚ ਚੰਗੇ ਮਾੜੇ ਦੀ ਸੋਝੀ ਹੁੰਦੀ ਹੈ। ਐਸੇ ਉਪਦੇਸ਼ ਨੂੰ ਪ੍ਰਾਪਤ ਕਰਕੇ ਸਿੱਖ ਆਪਣੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਲੈਂਦਾ ਜੇ। ਦੀਖਿਆ ਵਿਮਲ ਗਿਆਨ ਦੇ ਗੁਰ ਪਵਹਾਨਾ, ਇਹ ਦੀਖਿਆ ਸਭ ਕਸ਼ਟ ਮਿਟਾਨਾ। ਸਿੱਖ ਕੇ ਨਾਸ਼ੇ ਬੰਧ ਕਲੇਸ਼, ਉਸ ਗਿਆਨ ਨੂੰ ਪਾ ਕੇ ਸਾਡੇ ਬੰਧਨ ਕੱਟੇ ਜਾਂਦੇ ਹੈ। ਤਿਸ ਕੋ ਨਾਮ ਭਣੇ ਉਪਦੇਸ਼, ਉਹਨੂੰ ਉਪਦੇਸ਼ ਕਹਿੰਦੇ ਆ। ਹੁਣ ਦੀਕਸ਼ਾ, ਦੀਖਿਆ ਹਿੰਦੀ ਦਾ ਸ਼ਬਦ ਹੈ, ਸਾਡੇ ਵਿੱਚ ਹੈ, ਗੁਰਮਤਿ ਵਿੱਚ ਹੈ ਅੰਮ੍ਰਿਤ ਸੰਸਕਾਰ। ਤਾਂ ਸਾਡਾ ਇੱਕ ਸੰਸਕਾਰ ਹੈ, 4 ਸੰਸਕਾਰ ਹਨ। ਜਦ ਬੱਚੇ ਦਾ ਜਨਮ ਹੋਇਆ, ਗੁਰਮਤਿ ਮੁਤਾਬਕ ਹੁਕਮਨਾਮਾ ਸਾਹਿਬ ਲੈ ਕਰਕੇ ਅਸੀਂ ਉਸ ਦਾ ਨਾਮ ਰੱਖਦੇ ਹਾਂ।
ਥੋੜ੍ਹਾ ਵੱਡਾ ਹੁੰਦਾ ਹੈ, ਉਹਨੂੰ ਵਿਦਿਆ ਦੇ ਸੰਸਕਾਰ ਦਿਵਾਉਂਦੇ ਹਾਂ, ਸਕੂਲ ਭੇਜਦੇ ਹਾਂ। ਉਸ ਤੋਂ ਬਾਅਦ ਸਿਆਣਾ ਹੁੰਦਾ ਹੈ। ਵੈਸੇ ਅਸੀਂ ਇਸ ਪਾਸੇ ਬਹੁਤ ਧਿਆਨ ਘੱਟ ਦਿੱਤਾ ਹੋਇਆ। ਇਹ ਸਾਡਾ ਤੀਜਾ ਸੰਸਕਾਰ ਹੈ ਕਿ ਜਦੋਂ ਬੱਚਾ ਹੋਸ਼ ਵਿੱਚ ਆ ਜਾਵੇ, ਸਿਆਣਾ ਹੋ ਜਾਵੇ, ਅਤੇ ਉਹ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇ। ਪਰ ਇੱਧਰ ਧਿਆਨ ਦਿੱਤਾ ਹੀ ਨਹੀਂ, ਆਪਾਂ ਮਰਨ ਦੇ ਕਿਨਾਰੇ ਵੀ ਪਹੁੰਚੇ ਹੋਏ ਹਾਂ। ਕੋਈ ਸਤਿਨਾਮ। ਲੇਕਿਨ 4 ਸੰਸਕਾਰ ਹੈ ਮਨੁੱਖ ਦੇ, ਸਿੱਖ ਦੇ, ਗੁਰਮਤਿ ਅਨੁਸਾਰ। 2 ਤਾਂ ਅਸੀਂ ਵਰਤ ਲਏ, ਪਰ ਅਗਲੇ ਤੀਜੇ ਦਾ ਖਿਆਲ ਨਹੀਂ ਕੀਤਾ, ਅਤੇ ਚੌਥਾ ਤਾਂ ਫਿਰ ਹੋ ਹੀ ਜਾਣਾ। ਕੋਈ ਸਤਿਨਾਮ। ਮਰਗ ਦੇ ਜਿਹੜੇ ਸੰਸਕਾਰ ਹੈ ਗੁਰਮਤਿ ਅਨੁਸਾਰ, ਉਹ ਵੀ ਸਾਨੂੰ ਕਰਨੇ ਚਾਹੀਦੇ ਆ। ਗੁਰਮਤਿ ਅਨੁਸਾਰ ਕਰਦੇ ਹਾਂ, ਪਰ ਅੰਮ੍ਰਿਤ ਸੰਸਕਾਰ ਦਾ ਅਸੀਂ ਧਿਆਨ ਨਹੀਂ ਦਿੱਤਾ ਗਾ। ਬੱਚਿਆਂ ਨੂੰ ਤਾਂ ਦੱਸਣਾ ਕੀ ਹੈ, ਅਤੇ ਅਸੀਂ ਖੁਦ ਵੀ ਅੰਮ੍ਰਿਤ ਛਕਣ ਵਾਲੇ ਪਾਸੇ ਨਹੀਂ ਜਾਂਦੇ। ਡਰਦੇ ਹਾਂ ਵੀ ਨਹੀਂ ਜੀ ਅੰਮ੍ਰਿਤ ਰੱਖਣਾ ਬਹੁਤ ਔਖਾ ਹੈ, ਪਾਪ ਲੱਗੂਗਾ। ਇਹ ਪਾਪ ਲੱਗਦਾ ਨਹੀਂ, ਪਾਪ ਲਾਉਂਦਾ ਹੈ। ਕਹੋ ਸਤਿਨਾਮ। ਸਾਨੂੰ ਬਚਾਉਂਦਾ ਨਸ਼ਿਆਂ ਤੋਂ, ਵਿਸ਼ੇ ਵਿਕਾਰਾਂ ਤੋਂ, ਮਾੜੇ ਕਰਮਾਂ ਤੋਂ, ਮਾੜੇ ਪਾਸੇ ਜਾਣ ਤੋਂ ਰੋਕਦੀ ਆ ਅਮਰ ਦੀ ਦਾਤ ਹਨ। ਇਹ ਤੀਜਾ ਸੰਸਕਾਰ ਹੈ ਸਾਡਾ। ਹਿੰਦੂ ਮਤ ਵਿੱਚ ਹੁੰਦੀ ਹੈ ਦੀਕਸ਼ਾ। ਉਹ ਲੋਕ ਆਪਣੇ ਕਿਸੇ ਸਾਧੂ ਤੋਂ ਦੀਖਿਆ ਲੈਂਦੇ ਹਨ, ਉਹਨੂੰ ਕਹਿੰਦੇ ਆ ਦੀਖਿਆ। ਅਤੇ ਦੀਖਿਆ ਦਾ ਮਤਲਬ ਕੀ ਹੈ? ਜਿਹੜਾ ਨਿਰਮਲ ਗਿਆਨ ਗੁਰੂ ਦੇ ਕੇ ਜਨਮ ਮਰਨ ਦੇ ਸਾਰੇ ਕਸ਼ਟ ਮਿਟਾ ਦਿੰਦਾ, ਉਹਨੂੰ ਦੀਖਿਆ ਕਹਿੰਦੇ ਆ। ਗੁਰਮਤਿ ਵਿੱਚ ਅੰਮ੍ਰਿਤ ਸੰਸਕਾਰ ਹੈ, ਹਿੰਦੂ ਮਤ ਵਿੱਚ ਦੀਕਸ਼ਾ ਕਹਿੰਦੇ ਹਨ। ਔਰ ਗੁਰੂ ਪਿਆਰੋ, ਇਸੇ ਤਰ੍ਹਾਂ ਇੱਕ ਹੋਰ ਪੰਥ ਹੈ, ਉਹਦੇ ਵਿੱਚ ਬਪਤਿਸਮਾ ਲੈਣਾ ਕਹਿੰਦੇ ਆ। ਯਿਸੂ ਮਸੀਹ ਦੇ ਚੇਲੇ ਉਹ ਕਹਿੰਦੇ ਆ ਬਪਤਿਸਮਾ ਲੈਣਾ, ਅਸੀਂ ਅੰਮ੍ਰਿਤ ਕਹਿੰਦੇ ਹਾਂ। ਅਤੇ ਇਸੇ ਤਰ੍ਹਾਂ ਹੀ ਮੁਸਲਮਾਨ ਮਤ ਦੇ ਲੋਕ ਉਹਨੂੰ ਆਬੈ ਹਜਾਤ ਕਹਿੰਦੇ ਆ। ਨਾਮ ਅਲੱਗ-ਅਲੱਗ ਹੈ, ਪਰ ਧਰਮ ਵਿੱਚ ਪ੍ਰਵੇਸ਼ ਕਰਨ ਦਾ ਢੰਗ ਇੱਕੋ ਹੈ ਕਿ ਇੱਕ ਅਕਾਲ ਪੁਰਖ ਨਾਲ ਜੋੜਿਆ ਜਾਵੇ ਬੱਚੇ ਨੂੰ। ਜਦੋਂ ਸੋਝੀ ਆ ਜਾਵੇ, ਇਹਨੂੰ ਕਹਿੰਦੇ ਹਨ ਦੀਖਿਆ। ਬਿਮਲ ਗਿਆਨ ਦੇ ਗੁਰ ਭਵਹਾਨਾ। ਜਦੋਂ ਗੁਰੂ ਪਵਿੱਤਰ ਨਿਰਮਲ ਗਿਆਨ ਦੇ ਕੇ ਇਹ ਦੀਖਿਆ ਸਭ ਕਸ਼ਟ ਮਿਟਾਨਾ, ਸਿੱਖ ਨੂੰ ਦੀਕਸ਼ਾ ਦੇ ਕੇ ਸਾਰੇ ਦੁੱਖਾਂ ਦਾ ਨਾਸ਼ ਕਰਦੇ ਹਨ। ਮੰਤਰ ਸ਼ਿਰੋ ਮਨ ਕਹਿ ਸਤਨਾਮ, ਜਿਸ ਕੇ ਸਿਮਰਨ ਲੈ ਸੁਖ ਧਾਮ। ਦੀਖਿਆ ਦੇ ਵਿੱਚ ਕੀ ਹੁੰਦਾ ਹੈ? ਅੰਮ੍ਰਿਤ ਸੰਸਕਾਰ ਵਿੱਚ ਕੀ ਹੁੰਦਾ? ਇੱਥੇ ਸ਼ਬਦ ਉਹ ਵਰਤੇ ਆ ਵੇਦਾਂ ਵਾਲੇ, ਕਿਉਂਕਿ ਵੇਦਾਂ ਦੇ ਵਿੱਚੋਂ ਕੁਝ ਭਾਈ ਸਾਹਿਬ ਜੀ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ। ਕਹਿਣ ਲੱਗੇ ਦੀਕਸ਼ਾ ਕਹਿੰਦੇ ਹਨ ਕਿਸੇ ਨੂੰ ਸੁੱਧ ਨਿਰਮਲ ਗਿਆਨ ਦੇ ਕੇ ਪਰਮੇਸ਼ਰ ਨਾਲ ਜੁੜਨਾ। ਪਰ ਉਹਦੇ ਵਿੱਚ ਇੱਕ ਮੰਤਰ ਵੀ ਹੁੰਦਾ ਹੈ, ਜਿਵੇਂ ਸਾਡੇ ਕੋਲ ਸ਼੍ਰੋਮਣੀ ਮੰਤਰ ਹੈ ਸਤਨਾਮ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਮੰਤਰ ਸ਼੍ਰੋਮਣੀ ਕਹੇ ਸਤਨਾਮ, ਜਿਸ ਕੇ ਸਿਮਰਨ ਲਹਿ ਸੁਖ ਧਾਮ। ਗੁਰੂ ਨਾਨਕ ਦੇ ਘਰ ਵੱਲੋਂ ਆਪਣੇ ਸਿੱਖਾਂ ਨੂੰ ਇਹ ਸੱਚੇ ਨਾਮ ਦਾ ਉਪਦੇਸ਼ ਵਾਹਿਗੁਰੂ ਮੰਤਰ ਬਖਸ਼ਿਆ ਜਾਂਦਾ ਹੈ, ਜਿਸ ਦੇ ਨਾਲ ਸੁੱਖਾਂ ਦਾ ਘਰ ਸੱਚਖੰਡ ਪ੍ਰਾਪਤ ਹੁੰਦਾ ਹੈ ਜੀ। ਅਥਵਾ ਅਦਵੈਤ ਵਾਕ ਤੰਤਰ ਮਸ ਜੋਏ, ਤੂੰ ਹੈ ਬ੍ਰਹਮ ਸੁਣੇ ਸਿੱਖ ਸੋਏ। ਅਥਵਾ ਜਾਂ ਉਹ ਗਿਆਨ ਸਿੱਖ ਨੂੰ ਦਿੱਤਾ ਜਾਂਦਾ ਹੈ ਕਿ ਤੂੰ ਪਰਮੇਸ਼ਰ ਦੀ ਅੰਸ਼ ਹੈ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਪਰਮੇਸ਼ਰ ਵੀ ਜਦੋਂ ਜੀਵ ਨੂੰ ਭੇਜਦਾ ਨਾ ਮਨੁੱਖਾ ਜਨਮ ਦੇ ਵਿੱਚ, ਕਹਿੰਦੇ ਦੇ ਕੰਨ ਵਿੱਚ ਫੂਕ ਮਾਰ ਦਿੰਦਾ ਹੈ, ਬਸ ਤੇਰੇ ਵਰਗਾ ਤੂੰ ਹੀ ਹੈ, ਤੇਰੇ ਵਰਗਾ ਮੈਂ ਹੋਰ ਨਹੀਂ ਬਣਾਇਆ। ਕੋਈ ਸਤਨਾਮ। ਇਸ ਕਰਕੇ ਮਨੁੱਖ ਨੂੰ ਆਪਣੇ ਆਪੇ ਦੀ ਖੋਜ ਕਰਨੀ ਚਾਹੀਦੀ ਆ। ਪਰ ਇੱਥੇ ਆ ਕੇ ਬੰਦੇ ਨੇ ਇਸ ਗੱਲ ਨੂੰ ਉਲਟੀ ਵਰਤ ਲਿਆ, ਮੇਰੇ ਵਰਗਾ ਕਿਹੜਾ ਹੈ, ਹੰਕਾਰ ਵਿੱਚ ਚਲਿਆ ਗਿਆ। ਕੋਈ ਸਤਨਾਮ। ਉਹ ਰੱਬ ਨੇ ਕਿਹਾ ਸੀਗਾ ਕਿ ਤੇਰੇ ਵਰਗਾ ਤੂੰ ਹੀ ਹੈ, ਤੇਰੇ ਵਰਗਾ ਹੋਰ ਨਹੀਂ ਹੈ, ਤੂੰ ਮੇਰਾ ਹੀ ਰੂਪ ਹੈ। ਪਰ ਇੱਥੇ ਆ ਕੇ ਭੁੱਲ ਕੇ ਇਸ ਗੱਲ ਨੂੰ ਹੰਕਾਰ ਵਿੱਚ ਲੈ ਗਿਆ, ਮੇਰੇ ਵਰਗਾ ਕਿਹੜਾ ਹੈ, ਮੈਂ ਇਹ ਕਰ ਦੂੰ, ਮੈਂ ਉਹ ਕਰ ਦੂੰ, ਮੈਂ ਖਤਮ ਕਰ ਦੂੰ, ਆਦਿ ਆਦਿ। ਪ੍ਰੀਤਮ ਜੀ ਕਹਿੰਦੇ ਅਥਵਾ ਜਾਂ ਅਦਵੈਤ ਵਾਕ ਇਹ ਦੱਸੇ ਜਾਂਦੇ ਹਨ। ਅਦਵੈਤ ਜਿਨ੍ਹਾਂ ਵਿੱਚ ਦਵੈਤ ਨਾ ਹੋਵੇ, ਜਿਨ੍ਹਾਂ ਵਿੱਚ ਈਰਖਾ ਨਾ ਹੋਵੇ। ਕੋਈ ਤੱਤ ਦਾ ਗਿਆਨ ਦਿੱਤਾ ਜਾਂਦਾ ਵੀ ਤੱਤ ਮਤਲਬ ਈਰਖਾ ਰਹਿਤ ਕਦੋਂ ਹੋਇਆ? ਜਦੋਂ ਸਾਰਿਆਂ ਵਿੱਚ ਪਤਾ ਲੱਗਿਆ ਕਿ ਮੇਰੇ ਵਾਲੀ ਆਤਮਾ ਹੀ ਸਾਰਿਆਂ ਵਿੱਚ ਹੈ। ਕੋਈ ਸਤਨਾਮ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਦਾ ਸਭ ਨੂੰ ਜਲ ਛਕਾਉਣਾ, ਇਸ ਤਰ੍ਹਾਂ ਸਾਰਿਆਂ ਵਿੱਚ ਪਰਮੇਸ਼ਰ ਦੀ ਆਤਮਾ ਦਾ ਗਿਆਨ ਦੇਣਾ। ਅਰਥਾਤ ਤੂੰ ਬ੍ਰਹਮ ਹੈ,
ਤੂੰ ਜੋ ਸਮਝਦਾ ਇਹ ਨਹੀਂ ਹੈ। अहंग ब्रह्म सम बहुर उचारे महावाक्य ही मंत्र सुधारे। ਔਰ ਇਸ ਬਚਨ ਨੂੰ ਪ੍ਰਾਪਤ ਕਰਕੇ, ਗੁਰਮੰਤਰ ਨੂੰ ਪ੍ਰਾਪਤ ਕਰਕੇ ਸਿੱਖ ਨੂੰ ਅਹੰ ਬ੍ਰਹਮ ਅੰਸਮੀ, ਮੈਂ ਪਰਮੇਸ਼ਰ ਦੀ ਅੰਸ਼ ਹਾਂ, ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਮੈਂ ਰਾਜੇ ਦਾ ਪੁੱਤਰ ਰਾਜਕੁਮਾਰ ਹਾਂ, ਪਰ ਅਸੀਂ ਇੱਥੇ ਆ ਕੇ ਮੰਗਤੇ ਬਣੇ ਹੋਏ ਹਾਂ। ਕੋ ਸਤਨਾਮ। ਸੀਤਾ ਆਪਾਂ ਰਾਜੇ ਦੇ ਪੁੱਤਰ, ਪਰਮੇਸ਼ਰ ਦੇ ਪੁੱਤਰ। ਜਿਸ ਤਰ੍ਹਾਂ ਕੋਈ ਛੋਟਾ ਰਾਜਾ ਆਪਣੇ ਬੱਚਿਆਂ ਨੂੰ ਜਾਂ ਆਪਣੇ ਮੋਹਤਬਾਰ ਬੰਦਿਆਂ ਨੂੰ ਅਲੱਗ-ਅਲੱਗ ਥਾਵਾਂ 'ਤੇ ਪ੍ਰਬੰਧ ਵਾਸਤੇ ਭੇਜਦਾ, ਉਹ ਛੋਟੇ ਰਾਜੇ ਹੋ ਜਾਂਦੇ ਆ। ਕੋ ਸਤਨਾਮ। ਇਸੇ ਤਰ੍ਹਾਂ ਪਰਮੇਸ਼ਰ ਨੇ ਮਨੁੱਖ ਨੂੰ ਭੇਜਦਿਆਂ ਪਤਾ ਸੁੰਦਰ ਜਵਾਬ ਕੀ ਕਿਹਾ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੂੰ ਧਰਤੀ ਦਾ ਪ੍ਰਬੰਧ ਚਲਾ। ਕੋ ਸਤਨਾਮ। ਮੈਂ ਤੇਰੀ ਡਿਊਟੀ ਲਾਉਣਾ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਅਬ ਤੂੰ ਸੀਜ ਭਾਵੇਂ ਨਹੀਂ ਸੀਜੈ, ਕਾਰਜ ਸਵਰੈ ਮਨ ਪ੍ਰਭ ਧਿਆਈ ਜੈ। ਤਾਂ ਤੇ ਸਿੱਖ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਅਹੰ ਬ੍ਰਹਮ ਅੰਸਮੀ ਬਹੁਰ ਉਚਾਰੇ ਮਹਾਵਾਕਿਆ ਇਹ ਮੰਤਰ ਸੋ ਧਾਰੇ, ਇਹਨੂੰ ਹਿਰਦੇ ਵਿੱਚ ਵਸਾ ਲਵੇ ਜੀ। ਵਰਨ ਲੈ ਪਰ ਕਿਰਤ ਸਤਿਗੁਰ ਦਿਜ ਜਾਤ, ਸਤ ਰਜ ਮਿਰ ਸਤ ਛਤਰੀ ਭਾਤ। ਇਸ ਤਰ੍ਹਾਂ ਵਰਨ ਹੁੰਦੀ ਹੈ ਜਾਤ, ਫਿਰ ਜਾਤ। ਹਿੰਦੂ ਮਤ ਵਿੱਚ ਕੋਈ ਉਹਨਾਂ ਦੇ ਢੰਗ ਦੇ ਨਾਲ ਮੰਤਰ ਲੈਂਦਾ, ਉਹ ਉਹਨਾਂ ਦਾ ਰੂਪ ਧਾਰ ਲੈਂਦਾ ਹੈ। ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ ਤਾਂ ਜਦੋਂ ਇਸ ਦਾ ਜਨਮ ਹੋਇਆ ਤੇ ਮਾਤਾ ਪਿਤਾ ਨੇ ਨਾਮ ਰੱਖਿਆ ਲਛਮਣ ਦਾਸ। ਮਾਤਾ ਪਿਤਾ ਛੋਟੇ ਹੁੰਦੇ ਦੇ ਗੁਜ਼ਰ ਗਏ। ਇਹਦੇ ਚਾਚਾ ਚਾਚੀ ਸਨ, ਉਹਨਾਂ ਨੇ ਇਹਨੂੰ ਪਾਲਣਾ ਪੋਸ਼ਣਾ ਕੀਤਾ, ਪਰ ਇਹਦੇ ਕੋਲੋਂ ਕੰਮ ਬਹੁਤ ਸਖਤ ਲਿਆ ਜਾਂਦਾ। ਬੱਚੇ ਤੋਂ ਜਾਂ ਲੱਕੜਾਂ ਇਕੱਠੀਆਂ ਕਰਕੇ ਲਿਆ, ਜੰਗਲ 'ਚੋਂ ਪਹਾੜਾਂ ਦੇ ਵਿੱਚ ਪੈਦਾ ਹੋਇਆ। ਤਾਂ ਗੁਰੂ ਪਿਆਰਿਓ, ਇਹ ਬੱਚਾ ਹੁਣ ਬੱਚਾ ਸੀ, ਬੱਚੇ ਤੋਂ ਉਹਨਾਂ ਕੰਮ ਕਿੱਥੇ ਹੋਵੇ, ਜੰਗਲਾਂ ਵਿੱਚ ਬੈਠ ਕੇ ਰੋਣ ਲੱਗ ਜਾਂਦਾ। ਇੱਕ ਦਿਨ ਉੱਥੋਂ ਕੁਝ ਸਾਧੂਆਂ ਦਾ ਜਥਾ ਲੰਘਿਆ, ਉਹ ਬੱਚਾ ਰੋਂਦਾ ਵੇਖਿਆ ਵੀ ਤੁਸੀਂ ਕਿਵੇਂ ਰੋਂਦੇ ਜਾਂਦੇ ਹੋ। ਉਹ ਬੱਚੇ ਨੇ ਸਾਰੀ ਬਿਥਿਆ ਸੁਣਾਈ, ਮੇਰਾ ਮਾਤਾ ਪਿਤਾ ਗੁਜ਼ਰ ਗਏ, ਚਾਚਾ ਚਾਚੀ ਹਨ, ਉਹਨਾਂ ਨੇ ਮੇਰੇ 'ਤੇ ਬੜਾ ਹੀ ਜਿਹੜਾ ਹੈ ਹੁਕਮ ਚਲਾਉਣਾ ਕੀਤਾ ਹੋਇਆ, ਮੈਥੋਂ ਉਹਨਾਂ ਕੰਮ ਹੁੰਦਾ ਨਹੀਂ, ਮੈਨੂੰ ਬਹੁਤ ਕੰਮ ਕਹਿੰਦੇ ਆ, ਇਸ ਕਰਕੇ ਮੈਂ ਆਪਣੇ ਕਰਮਾਂ ਨੂੰ ਰੋਣਾ। ਅਤੇ ਉਹ ਸਾਧੂਆਂ ਦਾ ਜਥਾ ਇਹਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਫਿਰ ਉਹਨਾਂ ਨੇ ਇਸ ਦਾ ਨਾਮ ਰੱਖ ਦਿੱਤਾ ਮਾਧੋ ਦਾਸ ਬੈਰਾਗੀ। ਕੋ ਸਤਨਾਮ। ਇਹਦਾ ਨਾਮ ਬਦਲਤਾ। ਉਸ ਤੋਂ ਬਾਅਦ ਇਹ ਮਾਧੋ ਦਾਸ ਬੈਰਾਗੀ ਅੱਗੇ ਚੱਲ ਕੇ ਚੰਗਾ ਤਪੱਸਵੀ ਬਣ ਗਿਆ। ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਇਹਨੂੰ ਪ੍ਰਾਪਤ ਹੋ ਗਈਆਂ। ਫਿਰ ਉਹਨਾਂ ਰਿੱਧੀਆਂ ਸਿੱਧੀਆਂ ਦਾ ਹੰਕਾਰ ਵੀ ਹੋ ਗਿਆ। ਕੋ ਸਤਨਾਮ। ਨੰਦੇੜ ਸਾਹਿਬ ਦੇ ਇਲਾਕੇ ਵਿੱਚ ਜਾ ਕੇ ਡੇਰਾ ਪਾ ਲਿਆ, ਉੱਥੇ ਰਹਿਣ ਲੱਗਿਆ। 10ਵੇਂ ਪਾਤਸ਼ਾਹ ਜੀ ਪਹੁੰਚੇ, ਆਪਣੀ ਹੰਕਾਰੀ ਬਿਰਤੀ ਨਾਲ ਹੀ, ਜਿਵੇਂ ਪਹਿਲਾਂ ਕੋਈ ਸਾਧੂਆਂ ਨੂੰ ਮੰਜੇ ਤੋਂ ਡੇਗ ਦਿੰਦਾ ਸੀਗਾ, ਇੱਥੇ ਵੀ ਆਪਣੀ ਪਰਖਣਾ ਕੀਤੀ ਇਹਨੇ ਸ਼ਕਤੀ। ਪਰ ਉਹਦੇ ਉੱਤੇ ਤਾਂ ਸ੍ਰਿਸ਼ਟੀ ਦੇ ਮਾਲਕ ਬੈਠੇ ਆ। ਇਹਨੇ ਪਲੰਘਾ ਉਲਟਾਉਣਾ ਚਾਹਿਆ, ਨਾ ਉਲਟਿਆ ਅਤੇ ਅਖੀਰ ਸਾਹਮਣੇ ਆ ਗਿਆ। ਪਾਤਸ਼ਾਹ ਕਹਿੰਦੇ ਉਹ ਕੌਣ ਹੈ ਤੂੰ? ਕਹਿੰਦੇ ਜੀ ਬੰਦਾ ਹੀ ਹਾਂ। ਕੋ ਸਤਨਾਮ। ਭਾਵ ਹੁਣ ਸ਼ਕਤੀ ਹੰਕਾਰ ਦੀ ਖਤਮ ਹੋ ਗਈ ਨਾ। ਪਹਿਲਾਂ ਕਹਿੰਦਾ ਸੀ ਮੈਂ ਬਾਧੋ ਦਾਸ ਬੈਰਾਗੀ, ਪਰ ਜਦੋਂ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ, ਮੰਜਾ ਨਾ ਉਲਟਿਆ, ਚਾਰੇ ਪਾਸਿਓਂ ਪਾਵੇ ਚੱਕਣ 'ਤੇ ਜ਼ੋਰ ਲਾਇਆ ਅਤੇ ਪਾਤਸ਼ਾਹ ਨੇ ਇਹਦੀ ਸ਼ਕਤੀ ਸਾਰੀ ਖਿੱਚ ਲਈ ਇੱਕ ਵਾਰੀ। ਗੋਰਖਨਾਥ ਦੀ ਸ਼ਕਤੀ ਵੀ ਖਿੱਚ ਲਈ ਸੀ। ਫਿਰ ਉਹਨੂੰ ਗਿਆਨ ਹੋਇਆ, ਜਦੋਂ ਖਾਲੀ ਜਿਹਾ ਕਰਕੇ ਬਿਠਾਇਆ ਥੋੜ੍ਹੇ ਸਮੇਂ ਲਈ, ਫਿਰ ਉਹਦੀਆਂ ਸ਼ਕਤੀਆਂ ਬਾਬੇ ਨਾਨਕ ਨੇ ਮੋੜਤੀਆਂ ਸੀ। ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਮਾਧੋ ਦਾਸ ਬੈਰਾਗੀ ਦੇ ਕੋਲੋਂ ਉਹਦੀਆਂ ਸ਼ਕਤੀਆਂ ਖਿੱਚ ਲਈਆਂ ਸਾਰੀਆਂ। ਖਾਲੀ ਜਿਹਾ ਹੋ ਗਿਆ। ਇਹ ਫੀਲ ਹੁੰਦਾ ਜਿਨ੍ਹਾਂ ਦੇ ਨਾਲ ਇਹ ਘਟਨਾਵਾਂ ਘਟਦੀਆਂ, ਅਨੁਭਵ ਵੀ ਹੁੰਦਾ, ਪਤਾ ਵੀ ਲੱਗਦਾ। ਫਿਰ ਢਿੱਲਾ ਜਿਹਾ ਖੋ ਕੇ ਖੜ ਗਿਆ। ਇਹ ਸੋਡਾ ਬੰਦਾ ਹੀ ਆ। ਕਹਿੰਦੇ ਬੰਦਾ ਤੇ ਬੰਦਿਆਂ ਵਾਲੇ ਕੰਮ ਕਰ। ਫਿਰ ਕਹਿੰਦਾ ਜੀ ਮੈਂ ਕੀ ਕਰਾਂ, ਤੁਸੀਂ ਮੇਰੇ ਤੁਹਾਡੇ ਸਿੰਘਾਂ ਨੇ ਮੇਰੀਆਂ ਬੱਕਰੀ ਝਟਕਾ ਦਿੱਤੇ। ਕਹਿੰਦੇ ਫਿਰ ਕੀ ਹੋ ਗਿਆ? ਕਹਿੰਦੇ ਮੇਰਾ ਡੇਰਾ ਪਿੱਟਿਆ ਗਿਆ, ਪਤਿਤ ਹੋ ਗਿਆ, ਖੂਨ ਡੋਲਤਾ। ਕਹਿੰਦੇ ਜਿਹੜੇ ਪੰਜਾਬ 'ਚੋਂ ਤੂੰ ਆਇਆ ਹੈ, ਦੇਸ਼ ਵਿੱਚੋਂ ਆਇਆ, ਇੱਥੇ ਆ ਕੇ ਲੁੱਕ ਕੇ ਬਹਿ ਗਏ ਹੈ, ਤੂੰ ਰਾਜਾ ਪੁੱਤਰ ਹੈ, ਰਾਜਕੁਮਾਰ ਹੈ, ਰਾਜਕੁਮਾਰ ਤੂੰ ਸਾਧ ਨਹੀਂ ਹੈ। ਜਦੋਂ ਇਸ ਦੀ ਬੈਕਗਰਾਊਂਡ 10ਵੇਂ ਪਾਤਸ਼ਾਹ ਨੇ ਦੱਸੀ ਅਤੇ ਨਾਲੇ ਕਿਹਾ ਜਿਹੜੇ ਦੇਸ਼ 'ਚੋਂ ਤੂੰ ਉੱਠ ਕੇ ਇੱਥੇ ਆ ਕੇ ਬਹਿ ਗਏ ਹੈ, ਉਸ ਦੇਸ਼ 'ਚ ਕਿੰਨਾ ਖੂਨ ਡੁੱਲ ਰਿਹਾ ਹੈ। ਨਿੱਕੇ ਨਿੱਕੇ ਬੱਚਿਆਂ ਦਾ ਕਤਲੇਆਮ, ਬੁੱਢਿਆਂ ਦਾ ਕਤਲੇਆਮ, ਇਸਤਰੀਆਂ ਦਾ ਕਤਲੇਆਮ ਹੋ ਰਿਹਾ ਹੈ।
ਤੂੰ ਰਾਜਾ ਬਣ ਰਾਜਾ ਇਸ ਧਰਤੀ ਮੈਂ ਤੇਰੀ ਸਿਕਦਾਰੀ ਅਵਰ ਜੋਨ ਤੇਰੀ ਪਨਿਹਾਰੀ। ਫਿਰ ਪੈਰੀ ਪੈ ਕਹਿੰਦੇ ਜੋ ਕਹੋਗੇ ਉਹੀ ਕਰੂੰਗਾ। ਫਿਰ ਪਾਤਸ਼ਾਹ ਨੇ ਇਹਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਦਾ ਨਾਮ ਦਿੱਤਾ। ਕਹੋ ਸਤਨਾਮ। ਔਰ ਫਿਰ ਉਹ ਸ਼ਕਤੀਆਂ ਵੀ ਆਪਣੇ ਕੋਲੋਂ ਹੋਰ ਦਿੱਤੀਆਂ ਸਤਿਗੁਰ ਨੇ। ਔਰ ਉਹਨਾਂ ਸ਼ਕਤੀਆਂ ਨੂੰ ਲੈ ਕੇ ਹੁਣ ਇਸ ਬੰਦਾ ਸਿੰਘ ਬਹਾਦਰ ਦੀ ਜਾਤ ਕੀ ਹੋ ਗਈ? ਸਿੰਘ। ਆਪਣੀ ਸਭ ਦੀ ਜਾਤ ਕੀ ਹੈ? ਸਿੰਘ। ਨਾ ਆਪਾਂ ਸੁਨਿਆਰ ਹੈ, ਨਾ ਘੁਮਿਆਰ ਹੈ, ਨਾ ਚਮਿਆਰ ਹੈ, ਨਾ ਕੋਈ ਇੱਥੇ ਬ੍ਰਾਹਮਣ ਹੈ, ਨਾ ਕੋਈ ਜ਼ਿਮੀਂਦਾਰ ਹੈ, ਨਾ ਕੋਈ ਮਜ਼੍ਹਬੀ ਹੈ, ਨਾ ਕੋਈ ਛਤਰੀ ਹੈ, ਨਾ ਖੱਤਰੀ ਹੈ। ਅਸੀਂ ਸਾਰੇ ਹਾਂ ਸਿੰਘ। ਗੁਰੂ ਨੇ ਸਾਨੂੰ ਸਿੰਘ ਬਣਾਇਆ। ਫਿਰ ਵਰਨ ਗੱਲ ਚੱਲੀ ਸੀ ਵਰਨ ਦੀ। ਵਰਨ ਲਏ ਪ੍ਰਾਕਿਰਤੀ ਸਤਗੁਣ ਦਿਜ ਜਾਤ। ਹੁਣ ਕਹਿੰਦੇ ਜਾਤ ਕੀ ਹੈ? ਚੰਗੇ ਗੁਣਾਂ ਨੂੰ ਧਾਰਨ ਕਰਨ ਵਾਲਾ, ਸਤੋ ਗੁਣਾਂ ਨੂੰ ਧਾਰਨ ਕਰਨ ਵਾਲਾ ਪ੍ਰਕਿਰਤੀ ਵਿੱਚ ਬ੍ਰਹਮ ਜਾਤੀ ਉਤਪੰਨ ਕਰਦਾ ਹੈ। ਹੁਣ ਇੱਥੇ ਬ੍ਰਾਹਮਣ ਲਿਖਿਆ। ਹੁਣ ਤੁਹਾਨੂੰ ਮੈਂ ਜੇ ਬ੍ਰਾਹਮਣ ਕਹਿ ਦਿਆਂ ਤੁਸੀਂ ਕਹੋਗੇ ਸ਼ਾਇਦ ਉਹੀ ਜਿਹੜਾ ਪੱਤਰੀ ਪੁੱਤਰੀ ਵੇਖਦਾ। ਕਹੋ ਸਤਨਾਮ। ਪਰ ਨਹੀਂ, ਬ੍ਰਹਮ ਪੈਦਾ ਹੁੰਦਾ ਹੈ। ਕਹੋ ਸਤਨਾਮ। ਪਰਮੇਸ਼ਰ ਦੀ ਅੰਸ਼ ਬ੍ਰਹਮ। ਸਾਡੀ ਜਾਤ ਬ੍ਰਹਮ ਹੈ। ਪਹਿਲਾਂ ਸਾਰਿਆਂ ਦੀ ਜਾਤ ਹੈ। ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ ਕਰਤਾ ਕਰੀਮ ਸੋਈ ਰਾਜ ਕਰ ਹੀਮ ਉਹੀ ਦੂਸਰੋ ਨਾ ਭੇਦ ਕੋਈ ਭੂਲ ਪਰ ਮਾਨ ਮੋ। तो पातशाह ने की किया? फिर पंजा प्यारियां ने जो अलग अलग जातां चों आए, जिस वेले अमर दा बाटा तैयार किया, सब दे नाम बदले गए। दया राम तो दया सिंह, धर्म चंद तो धर्म सिंह, इस तरह ही मोहकम चंद तो मोहकम सिंह, हिम्मत राय तो हिम्मत सिंह, सहब चंद तो सहब सिंह। तो हुण सारे एक पिता एक सके बारक हो गए। को सतनाम। जात साडी सिंह बन गई। तो वर्ण की है? जात। जात की है साडी? असल विच आत्मा की जात है ब्रह्म। परमेश्वर पार ब्रह्म है, असी ब्रह्म हाँ। तो वह ब्रह्म जात फिर पैदा होंदी है तां जे सतो गुण सत्ता गुणां नूं भाव सच नूं ग्रहण करदा है। सतो ते रजो नूं मिला के फिर की कहते हैं? राजतम ले प्राकृत तन बैस तम प्राकृत ते शूद्रन हैस। कहने लगे सतो गुण अंदर सत भी होवे ते रजो गुण चढ़दी कला भी होवे। इन्हां दोनों गुणां नूं मिला के की बनूगा भला? वो 10वें पातशाह दा वचन पढ़ लो, वो ये बन गया। की लिखिया? पातशाह जी कहते देह शिवा बर मोहे ए है शुभ कर्मन ते कवू न टरो ना डरो अरसों जब जाए लरो निश्चय करे अपनी जीत करो और सीखो अपने ही मन को। यह लालच हो गुण तो उचरो, ये सतो गुण। ये लालच हो गुण तो उचरो। अगला क्षत्रिया वाला गुण, जब आप की औद निधान बने अत ही रण में तब जूझ मरो। जदों सतो गुण विच रजो गुण मिल गया तो ये एक क्षत्रि बन गया, एक योधा बन गया। जिथे सिख नूं सिंह बनाया उत्थे इनू संत भी बनाया, इनू नाम जपन भी लाया ते औखे वेले तलवार चक्कण दा हुक्म भी दिता है। रज तम लए प्रकृति तन बैस। हुण रजो ते तमो जदों ये दो गुण मिल गए तो ये बन गया व्यापारी। तमा इधरों भी आ जे, इधरों भी आ जे, इधरों प्रॉफिट, इधरों प्रॉफिट, तमो गुण पैदा हो गया। तो फिर प्रकृति ने कहते व्यापारी बैस पैदा कर दिता। तम प्रकृति सोधन हैस। इस करके तम करके कहते प्रकृति दे विच तम कहते हैं हनेरे नूं, अगियानता नूं। अगियानता करके असीं अपने आप नूं समझिया नहीं तां ते असीं शूद्र कहाए, नीच कहाए। हुण एक तां ब्राह्मणां ने दुनिया नूं नीच बनाया, वो गल अलग है। बंदा नीच क्यों बनिया? इहने अपनी असलीयत नूं पछाणिया नहीं कि मैं परमेश्वर दी अंश हाँ। ये अपने आप नूं एक जीव मन के बैठ गया। इस करके ये अपने आप नूं एक बहुत ही डाउन स्थिति च ले गया। एक तो उन्हां ब्राह्मणां ने, उन्हां स्वार्थियां ने भारतीय लोकां नूं नीच बनाता जान बुझ के। संस्कृत दे विच अपनी विद्या ज्ञान नूं रखिया उन्हां ने। बाकी कुछ तकड़े बंदियां नूं छतरी बनाता, साडी रक्षा तुसीं करो, तुसीं साडी फौज होए। थोड़ी जी हल्लाशेरी देती, मोढे थापड़ा देता माड़ा जा। कुछ पढ़िया लिखिया नूं बैश बनाता, तुसीं व्यापारी होए, लैन देन करो, सौदे लिया करो बाहरले दूजे देशां तो। ते बेचारे भोले भाले नूं
शूद्र बनाता, प्रजा अंधी ज्ञान बिन, ते राजे होए कसाई, ते राजे कसाई बन गए। जिवें राजे कह दिंदे आ, प्रजा अज्ञानता विच उवें करी जांदी आ। प्रजा अंधी ज्ञान बिन, झूठ, राजे झूठ बोलते आ, अज दे मंत्री भी झूठ बोलते आ, मगरों पता लगता वोटां पाउण तो बाद भी जिहड़ा कुछ कहंदे सी ओह तां करदे नहीं होणे। कहो सतनाम। बाबे ने 500 साल पहला आसा दी वार च भी लिखिया पिया, कहो सतनाम। राजे सिंही मुकदम कुत्ते, जाए जगायन बैठे सुत्ते। राजे सिंह मुकदम कुत्ते, जाए जगायन बैठे सुत्ते। उन्होंने जगाउण वास्ते बाबे ने हज़ारां किलोमीटर पैरी किया। को सतनाम, हज़ारां को चलना किया। प्रजा अंधी ज्ञान बिन, कूड़ कुसत मुखों अलाई। राजे पाप कमामदे, उल्टी वाड़ खेत को खाई। अज दा हाल भी उही है लगदा। को सतनाम। गुरु किरपा करन समझ आवे इन्हां नूं। खैर वो जिहड़ा बाबा जी पैदा दस कर रहे हैं, वो नीच का मतलब है अज्ञानता। अज्ञानता करके असी मार खा रहे हैं सारे, होर कोई गल नहीं है। तो ये तीन गुणी प्रकृति, ये चार तरह के मनुख पैदा किते हन। त्रैगुणी प्रकृति चार वर्ण गण, एक एक वर्ण में चारों वर्ण। इस तरह एक एक वर्ण भी चारे चारे वर्ण पैदा हो गए। भाव हरेक दे घर विच ब्राह्मण भी है, पढ़िया लिखिया भी है। हरेक दे घर भी चढ़दी कला दा योद्धा भी पैदा हो सकता है, व्यापारी भी पैदा हो सकता है, अज्ञानता करके नीच भी हो सकता है। पर गुरु साहब ने कृपा की सिख नूं जिथे ज्ञान दे के, ब्रह्म का ज्ञान दे के ब्राह्मण बनाया। वो ब्राह्मण नहीं पतली खोलने वाला, ब्रह्म ज्ञानी की गल करदा। को सतनाम। जिथे इसनूं ब्राह्मण बनाया ज्ञान दे के गुरबाणी का, उथे इसनूं शास्त्र दे के छतरी योद्धा भी बनाया। कोई सतनाम। उथे इसनूं संसार का राजनीति का ख्याल रखने का ज्ञान भी दिता है। तो जदों सिख सफाई करदा, झाड़ू मारदा, सेवा करदा, लंगर चलाउंदा है, उदों ये शूद्र वाले काम भी करदा है। कोई सतनाम। सिख दे भी चारे गुण भर दिते पातशाह जी ने। ये सारे काम करदा है, सेवा भी करदा है, सिमरन भी करदा है, जंग भी करदा है और ब्रह्म विचारा भी करता है। मेरे प्रीतम जी कहते हैं, अथवा त्रिगुणी प्रकृति चार वर्ण गण, एक एक वर्ण में चारों वर्ण, फिर एक एक दे चारे चारे वर्ण पैदा कर दिते हैं। अथवा वर्ण दोए सटाल, ब्राह्मण आद अंत चंडाल। चंडाल इत्थे चंडाल शब्द है। कहते इको घर दे विचों ब्राह्मण भी पैदा हो सकता है, चंडाल भी पैदा हो सकता है। कोई सतनाम। इको घर दे विच दोने पैदा हो सकते हैं। इतिहास फरोल लो। धन गुरु अर्जन देव जी महाराज परमेश्वर स्वरूप ते भाई पिरथी चंद चंडाल के रूप च पैदा हो गया। कोई सतनाम। मतलब उसने गद्दी लैन वास्ते साहिबजादे हरगोबिंद साहब नूं मारन की कोशिश की और गुरु अर्जन देव महाराज नूं परिवार नूं सुली खान दे नाल गंढ तुप करके जेल भेजन की सलाह की। को सतनाम। मतलब गुरु साहब जो दस रहे हैं ना, ये अध्यात्मक ज्ञान दस रहे हैं। उदा हिंदू मत दे विच ब्राह्मणों ने खत्री ब्राह्मण शूद वैस मनुखा नूं पाड़ के ते उन्हां ते राज किया। अज भी राजनीति इसे विषय ते चलदी है, पाड़ो ते राज करो। इन्हां ने दुनिया नूं पाड़ के चार हिस्से च वंडिया ते गुरु नानक ने आके चारां नूं इकट्ठे कीता, एक निशान साहब दे थल्ले लिआंदे चारे। खत्री ब्राह्मण सूद वैस उपदेश चौं वर्ना को साझा। वो कहते ओहदा उपदेश अलग है। जिहड़ा ब्राह्मण का जिहड़ा जनेऊ है वो तो होवेगा जी रेशमी। ध्यान दिओ, इन्हां दीयां गल्लां इन्हां दे वेदां विच लिखियां होईयां। ब्राह्मण जिहड़ा जनेऊ पाऊगा वो रेशमी धागे दा होऊगा और जिहड़ा छतरी जनेऊ पाऊगा वो जिहड़ा वो सन दा होऊगा ते जिहड़ा वैश है वो जिहड़ा पाऊगा वो अगे जाके होर भी उस तो सख्त होऊगा। तो शूदर ये शूदर नूं जनेऊ पाउण दा हुक्म नहीं हैगा। ये मंदिर विच भी ना आवे। जे इहदे कंन विच कोई शब्द पैंदा संस्कृत दा बाणी दा वेदां दा, इहदे कंन विच शिक्का ढाल के पा दिओ, जान बुझ के सुणदा। क्यों? क्योंकि इन्हां नूं अनपढ़ रखिया जावे। ये भी राजनीति सीगी।
ਜੇ ਜਨਤਾ ਨੂੰ ਗਿਆਨ ਹੋ ਗਿਆ, ਰਾਜਿਆਂ ਨੂੰ ਫਿਕਰ ਪੈ ਜਾਂਦਾ ਸਾਡੀ ਕੁਰਸੀ ਖਿੱਚਣਗੇ। ਕਹੋ ਸਤਨਾਮ। ਇਹ ਖਿਆਲ ਕੀਤਾ ਜਾਂਦਾ ਜਨਤਾ ਅਨਪੜ੍ਹ ਰਵੇ। ਪਰਜਾ ਅੰਧੀ ਗਿਆਨ ਬਿਨ, ਕੂੜਕ ਸਤ ਮੁਖੋਂ ਅਲਾਈ, ਰਾਜੇ ਪਾਪ ਕਮਾਮ ਦੀ ਉਲਟੀ ਵਾੜ ਖੇਤ ਕੋ ਖਾਈ। ਇੱਦਾਂ ਦੇ ਬਚਨ ਪ੍ਰੀਤਮ ਨੇ ਲਿਖੇ ਬਾਣੀ ਦੇ ਵਿੱਚ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਲਿਖਣੇ ਕੀਤੇ। ਤਾਂ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਸੀ ਕਿ ਜਨਤਾ ਅਨਪੜ੍ਹ ਰਵੇ, ਅਸੀਂ ਰਾਜ ਕਰੀਏ। ਅੱਜ ਤੱਕ ਉਸੇ ਵਿਸ਼ੇ 'ਤੇ ਗੱਲ ਚੱਲਦੀ ਆ ਰਹੀ ਹੈ। ਪ੍ਰੀਤਮ ਜੀ ਕਹਿੰਦੇ ਅਥਵਾ ਵਰਨ ਦੋਏ ਸਟਾਲ, ਬ੍ਰਾਹਮਣ ਆਦ ਅੰਤ ਚੰਡਾਲ। ਬ੍ਰਾਹਮਣ ਜਿਹੜਾ ਹੈ ਉਹਦੇ ਘਰ ਵਿੱਚ ਚੰਡਾਲ ਵੀ ਪੈਦਾ ਹੋ ਗਿਆ। ਕਿਉਂ ਭਲਾ? ਇਹਨੂੰ ਚੰਡਾਲ ਕਿਉਂ ਕਹਿ ਦਿੱਤਾ ਬ੍ਰਾਹਮਣ ਨੂੰ? ਅਗਲੀ ਪੰਕਤੀ ਪੜੋ। ਬ੍ਰਾਹਮਣ ਅਭਿਮਾਨੀ ਬ੍ਰਾਹਮਣ ਕਹੀਏ, ਤਨ ਅਭਿਮਾਨ ਚੰਡਾਲ ਸੋ ਲਈਏ। ਜਿਹਨੂੰ ਗਿਆਨ ਦਾ ਮਾਣ ਹੈ ਉਹ ਬ੍ਰਾਹਮਣ ਹੈ, ਪਰ ਜਿਸ ਬ੍ਰਾਹਮਣ ਨੂੰ ਤਨ ਦਾ ਹੰਕਾਰ ਹੋ ਜੇ, ਮੇਰੇ ਵਰਗਾ ਪਵਿੱਤਰ ਕੋਈ ਨਹੀਂ, ਮੈਂ ਬ੍ਰਾਹਮਣਾਂ ਦੇ ਘਰੇ ਪੈਦਾ ਹੋਇਆ, ਹੰਕਾਰ ਹੋ ਜਾਵੇ, ਉਹ ਬ੍ਰਾਹਮਣ ਤੋਂ ਚੰਡਾਲ ਬਣ ਜਾਂਦਾ ਹੈ। ਜਿਸ ਤਰ੍ਹਾਂ ਅਜਾਮਲ ਹੋਇਆ, ਬ੍ਰਾਹਮਣ ਦਾ ਪੁੱਤਰ ਹੈ, ਇਹਦਾ ਪਿਤਾ ਰਾਜੇ ਦਾ ਬ੍ਰਾਹਮਣ ਸੀ, ਰਾਜ ਬ੍ਰਾਹਮਣ ਸੀਗਾ, ਉਹ ਗੁਜ਼ਰ ਗਿਆ। ਉਹਦੇ ਥਾਂ 'ਤੇ ਅਜਾਮਲ ਨੂੰ ਡਿਊਟੀ ਦੇ ਦਿੱਤੀ, ਡਿਊਟੀ ਕਰਦਾ ਰਿਹਾ। ਪਰ ਇਸ ਦਾ ਇੱਕ ਬੇਸਵਾ ਦੇ ਨਾਲ ਜਿਹੜਾ ਸੀ ਗਲਤ ਸੰਬੰਧ ਪੈਦਾ ਹੋ ਗਏ। ਬੇਸਵਾਵਾਂ ਕੋਲੇ ਜਾਣਾ ਸ਼ੁਰੂ ਕੀਤਾ। ਇਹਦੇ ਉਸਤਾਦ ਨੇ ਕਿਹਾ ਸੀ, ਪੁੱਤਰ ਸ਼ਹਿਰ ਦੇ ਬਾਜ਼ਾਰ ਵਿੱਚ ਦੀ ਉਹ ਗਲੀ ਨਾ ਟੱਪੀ। ਉੱਥੋਂ ਦੀ ਟੱਪਿਆ, ਵੱਡੀ ਉਮਰ ਹੋਈ, ਜਵਾਨੀ 'ਚ ਆਇਆ ਜਦੋਂ। ਕੋ ਸਤਨਾਮ। ਬੇਸਵਾ ਦੇ ਘਰ ਆਉਣਾ ਜਾਣਾ ਹੋ ਗਿਆ। ਬਸ ਫਿਰ ਉੱਥੋਂ ਇਹ ਨਸ਼ਿਆਂ ਵਿੱਚ ਵੀ ਪੈ ਗਿਆ, ਸ਼ਰਾਬਾਂ ਪੀਣ ਲੱਗਿਆ, ਨਸ਼ੇ ਖਾਣ ਲੱਗਿਆ, ਹੋਰ ਤੇ ਹੋਰ ਤੇ ਹੋਰ। ਰਾਜੇ ਦੀ ਬਦਨਾਮੀ ਹੋਣ ਲੱਗੀ। ਰਾਜੇ ਨੇ ਇਸ ਨੂੰ ਘਰੋਂ ਕੱਢਤਾ। ਕਹੋ ਸਤਨਾਮ। ਤੇ ਫਿਰ ਜੰਗਲਾਂ ਵਿੱਚ ਜਾ ਕੇ ਰਹਿਣ ਲੱਗੇ। ਬੱਚੇ ਪੈਦਾ ਹੋਏ 5-7, ਉਹਨਾਂ ਨੂੰ ਪਾਲਣਾ ਵੀ ਹੈ, ਜਿਹੜੇ ਪੈਦਾ ਕੀਤੇ ਹੁਣ ਉਹਨਾਂ ਦੇ ਪਾਲਣ ਵਾਸਤੇ ਜੰਗਲਾਂ ਵਿੱਚੋਂ ਕੁਛ ਲੈ ਕੇ ਆਉਂਦਾ ਖਾਣ ਨੂੰ। ਇੱਥੋਂ ਤੱਕ ਕਿ ਛੋਟੇ ਛੋਟੇ ਜਾਨਵਰ ਵੀ ਮਾਰ ਖਾਂਦੇ ਆ। ਉਹ ਅਜਾਮਲ ਜਿਹੜਾ ਸੀਗਾ ਫਿਰ ਚੰਡਾਲ ਦਾ ਰੂਪ ਧਾਰ ਗਿਆ। ਇਸ ਕਰਕੇ ਗੁਰੂ ਪਿਆਰਿਓ, ਬ੍ਰਾਹਮਣ ਜਿਹੜਾ ਕੌਣ? ਜਿਹਨੂੰ ਬ੍ਰਹਮ ਦਾ ਗਿਆਨ ਹੈ। ਕਬੀਰ ਸਾਹਿਬ ਨੂੰ ਪੁੱਛ ਲਓ, ਸੋ ਬ੍ਰਾਹਮਣ ਕਈ ਅਤੈ ਹਮਾਰੇ, ਜੋ ਇਹਾਂ ਬ੍ਰਹਮ ਵਿਚਾਰੇ। ਉਹਨੂੰ ਅਸੀਂ ਬ੍ਰਾਹਮਣ ਕਹਿੰਦੇ ਆ। ਰਵਿਦਾਸ ਜੀ ਵੀ ਬ੍ਰਾਹਮਣ ਹੋ ਗਏ। ਕਹੋ ਸਤਨਾਮ। ਉਸ ਤਰ੍ਹਾਂ ਨਹੀਂ ਬ੍ਰਾਹਮਣ, ਇਸ ਤਰ੍ਹਾਂ ਗਿਆਨ ਕਰਕੇ। ਕਬੀਰ ਸਾਹਿਬ ਵੀ ਬ੍ਰਾਹਮਣ ਹੋ ਗਏ। ਜਿਹਨੂੰ ਬ੍ਰਹਮ ਦਾ ਗਿਆਨ ਆ ਉਸ ਨੂੰ ਬ੍ਰਾਹਮਣ ਕਹੀਏ। ਤਨ ਦੇ ਹੰਕਾਰੀ ਨੂੰ ਚੰਡਾਲ ਸਮਝੀਏ। ਬੇਸ਼ੱਕ ਉਹ ਬ੍ਰਾਹਮਣਾਂ ਦੇ ਘਰੇ ਹੀ ਪੈਦਾ ਕਿਉਂ ਨਾ ਹੋਇਆ ਹੋਵੇ। ਬ੍ਰਾਹਮਣ ਸੋ ਜੋ ਬ੍ਰਹਮ ਜਨਾਤ, ਵੇਦ ਗ੍ਰੰਥ ਭਾਖਤ ਵਿਖਿਆਤ। ਅਸੀਂ ਉਸ ਨੂੰ ਬ੍ਰਾਹਮਣ ਮੰਨਾਂਗੇ ਜਿਹੜਾ ਇੱਥੇ ਆ ਕਰਕੇ ਬ੍ਰਹਮ ਦਾ ਗਿਆਨ ਆਪ ਪ੍ਰਾਪਤ ਕਰਦਾ ਹੈ ਤੇ ਹੋਰਨਾਂ ਦੇ ਨਾਲ ਵੀ ਸਾਂਝਾ ਕਰਦਾ ਹੈ। ਭਾਵ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨੀ, ਪ੍ਰਚਾਰ ਕਰਨਾ, ਅਸੀਂ ਉਸ ਨੂੰ ਬ੍ਰਾਹਮਣ ਕਹਿੰਦੇ ਹਾਂ। ਆਸ਼ਰਮ ਬ੍ਰਹਮਚਾਰੀ ਜਨਤਾਸ, ਗ੍ਰਸਤਬਾਨ ਪ੍ਰਸਥਪਤਨ ਸੰਨਿਆਸ। ਤੋ ਇਹ ਸੀ ਬ੍ਰਾਹਮਣ ਦੀ ਡੈਫੀਨੇਸ਼ਨ। ਬ੍ਰਾਹਮਣ ਜਾਂ ਧਾਰਮਿਕ ਬੰਦਾ ਕਿਹੋ ਜਿਹਾ ਹੋਣਾ ਚਾਹੀਦਾ। ਕਹੋ ਸਤਨਾਮ। ਮੈਂ ਬ੍ਰਾਹਮਣ ਹੁਣ ਨਾ ਕਹਾਂ। ਬ੍ਰਾਹਮਣ ਦਾ ਅਰਥ ਹੈ ਧਰਮੀ। ਧਰਮੀ ਸਿੱਖ ਵਿੱਚ ਵੀ ਹੈ, ਧਰਮੀ ਮੁਸਲਮਾਨ ਵਿੱਚ ਵੀ ਹੈ, ਧਰਮੀ ਹਿੰਦੂਆਂ ਵਿੱਚ ਵੀ ਹੈ, ਧਰਮੀ ਜੈਨੀਆਂ ਬੋਧੀਆਂ ਵਿੱਚ ਵੀ ਹੈ। ਧਰਮੀ ਕਿਹੋ ਜਿਹਾ ਹੋਵੇ, ਇਹ ਧਰਮੀ ਦੀ ਡੈਫੀਨੇਸ਼ਨ ਪਾਤਸ਼ਾਹ ਨੇ ਦਿੱਤੀ ਆ। ਜੇ ਉਹਦੇ ਅੰਦਰ ਧਰਮ ਹੈ, ਸੋ ਸਿੱਖ ਸਖਾ ਬੰਧ ਪੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਅੱਗੇ ਬਚਨ ਕਰਦੇ ਹਨ ਆਸ਼ਰਮ। ਆਸ਼ਰਮ ਦੇ ਵਿੱਚ ਕਿਹੜੇ ਕਿਹੜੇ ਆਸ਼ਰਮ ਦੱਸੇ ਗਏ ਹਨ? ਪਾਤਸ਼ਾਹ ਜੀ ਕਹਿੰਦੇ 4 ਆਸ਼ਰਮ ਮੰਨੇ ਗਏ ਹਨ। ਇੱਕ ਬ੍ਰਹਮਚਾਰੀਆਂ ਦਾ, ਇੱਕ ਗ੍ਰਸਤੀਆਂ ਦਾ, ਆਪਾਂ ਸਾਰੇ ਗ੍ਰਸਤੀ ਆਸ਼ਰਮ 'ਚ ਰਹਿੰਦੇ ਹਾਂ, ਔਰ ਇੱਕ ਬਾਨਪ੍ਰਸਤ ਜੰਗਲਾਂ ਵਿੱਚ ਰਹਿਣ ਵਾਲੇ, ਇੱਕ ਸੰਨਿਆਸੀ। ਅਤ ਵਰਣਾਸ਼ਰਮ ਉਲੰਘੇ ਵਰਣਾਸ਼ਰਮ ਅਭਿਮਾਨ, ਅਤ ਵਰਣਾਸ਼ਰਮਾਨ ਸੋ ਜਾਨ। ਤੋ ਵਰਨ ਆਸ਼ਰਮ ਦੇ ਅਭਿਮਾਨ ਤੋਂ ਪਰੇ ਹੋ ਕੇ ਉਸ ਨੂੰ ਅਤ ਵਰਣਾਸ਼ਰਮ ਵਾਲਾ ਜਾਣ ਲਓ। ਭਾਵ ਉਹ ਜਾਤ ਪਾਤ ਤੋਂ ਉੱਚਾ ਉੱਠ ਗਿਆ। ਜਿਹੜਾ ਜਾਤ ਪਾਤ ਤੋਂ ਉੱਚਾ ਉੱਠ ਗਿਆ ਉਸ ਨੂੰ ਅਤ, ਉਹਨੇ ਆਪਣੇ ਧਰਮ ਨੂੰ ਅਸਲ ਵਿੱਚ ਸਮਝ ਲਿਆ। ਅਤ ਵਰਣਾਸ਼ਰਮੀਏ ਵਿਚਾਰਨਾ ਧਰਮ, ਬ੍ਰਹਮਨਿਸ਼ਟ ਅਤਾਮ ਧਰਮ ਧਾਰਨ। ਆਤਮ ਆਸ਼ਰਮੀ ਉਹ ਹੈ ਜੋ ਅਨਿੰਨ ਹੈ। ਅਨਿੰਨ ਕਹਿੰਦੇ ਆ ਅਨਿੰਨ ਭਗਤੀ ਕਰਨ ਵਾਲੇ ਨੂੰ, ਬਹੁਤ ਪਿਆਰੇ ਨੂੰ,
ਭਾਵ ਜਿਹੜਾ ਬ੍ਰਹਮ ਭਾਵ ਨੂੰ ਛੱਡ ਕੇ ਹੋਰ ਥੇ ਨਹੀਂ ਜਾਂਦਾ, ਮੈਂ ਉਸ ਨੂੰ ਸਹੀ ਪਾਤਸ਼ਾਹ ਜੀ ਕਹਿੰਦੇ ਅਤ ਵਰਨ ਆਸ਼ਰਮ ਵਿੱਚ ਮੰਨਦਾ ਹਾਂ। ਜਿਹੜਾ ਕੇਵਲ ਬ੍ਰਹਮ ਨਾਲ ਜੁੜਦਾ ਹੈ, ਆਤਮਾ ਵਿੱਚ ਬ੍ਰਹਮ ਦੀ ਨੇੜਤਾ ਦਾ ਧਾਰਨਾ ਬਣਾਈ ਰੱਖਦਾ, ਇਸ ਨੂੰ ਹੀ ਧਰਮ ਕਹਿੰਦੇ ਹਨ। ਸਰਬ ਧਰਮ ਹੈ ਸ਼੍ਰੇਸ਼ਟ ਧਰਮ, ਬਾਣੀ 'ਚੋਂ ਜਾਣ ਲਓ। ਹਰ ਕੋ ਨਾਮ ਜਪ ਨਿਰਮਲ ਕਰਮ, ਪਰਮੇਸ਼ਰ ਨੂੰ ਯਾਦ ਰੱਖਣਾ, ਚੰਗੇ ਕਰਮ ਕਰਨੇ, ਇਹੋ ਹੀ ਸਾਡਾ ਅਸਲੀ ਧਰਮ ਹੈ। ਅੱਗੇ ਜਾ ਕੇ ਬ੍ਰਹਮਚਾਰੀਆਂ ਦਾ ਧਰਮ ਵੀ ਦੱਸਿਆ, ਗ੍ਰਸਤੀਆਂ ਦਾ ਧਰਮ ਵੀ ਦੱਸਿਆ। ਗ੍ਰਸਤੀ ਦਾ ਧਰਮ ਹੈ ਜੇ ਕੋਈ ਦਰ 'ਤੇ ਆਉਂਦਾ ਭੁੱਖਾ ਨੰਗਾ ਲੋੜਵੰਦ ਤਾਂ ਆਪਣੇ ਵਿੱਤ ਮੁਤਾਬਕ ਉਹਦੀ ਮਦਦ ਕਰਨਾ। ਕੋਈ ਸਤਨਾਮ ਜੋ ਪਰਮੇਸ਼ਰ ਦਿੱਤਾ। ਇਸੇ ਤਰ੍ਹਾਂ ਹੀ ਜਿਹੜਾ ਬ੍ਰਹਮਚਾਰੀ ਆਸ਼ਰਮ ਹੈ ਉਹਦੇ ਵਿੱਚ ਬ੍ਰਹਮਚਾਰੀ ਰਹਿਣਾ। ਜੇ ਬ੍ਰਹਮਚਾਰੀ ਆਸ਼ਰਮ ਵਿੱਚ ਜਾ ਕੇ ਤੂੰ ਵੜ ਗਏ ਹੈ, ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਜੇ ਤੂੰ ਗ੍ਰਸਤੀ ਬਣਿਆ ਤਾਂ ਗ੍ਰਸਤੀਆਂ ਵਾਲਾ ਧਰਮ ਨਿਭਾ, ਨਹੀਂ ਤਾਂ ਫਿਰ ਤੂੰ ਭਾਈ ਦੁਨੀਆ ਤੋਂ ਬੈਰਾਗੀ ਹੋ ਜਾ, ਨਾਮ ਜਪ ਲਿਆ ਕਰ। ਪਰ ਬੈਰਾਗੀ ਬੰਧਨ ਕਰੇ। ਜੇ ਤੂੰ ਘਰ-ਬਾਰ ਛੱਡ ਕੇ ਬੈਰਾਗੀ ਹੋ ਗਿਆ, ਸਾਧ ਬਣ ਗਿਆ, ਰੱਬ ਦੇ ਪਾਉਣ ਵਾਸਤੇ ਨਿਕਲ ਗਿਆ, ਪਰ ਅੱਗੇ ਜਾ ਕੇ ਡੇਰਿਆਂ ਦੇ ਚੱਕਰਾਂ 'ਚ ਪੈ ਗਿਆ। ਕਿਉਂ ਡੇਰੇ 'ਚ ਗਿਆ, ਫਿਰ ਬਾਬਾ ਜੀ ਹੋਣ ਲੱਗੀ, ਫਿਰ ਝੌਂਪੜੀ ਤੋਂ ਡੇਰਾ ਬਣ ਗਿਆ, ਡੇਰੇ ਤੋਂ ਵੱਡਾ ਸਾਰਾ ਆਸ਼ਰਮ ਬਣ ਗਿਆ। ਫਿਰ ਆਸ਼ਰਮ ਦੇ ਨਾਮ ਸੰਪਤੀ ਲੱਗਣੀ ਸ਼ੁਰੂ ਹੋ ਗਈ। ਫਿਰ ਕਹਿੰਦਾ ਮੇਰਾ ਕੋਈ ਫਸ ਗਿਆ ਉੱਥੇ। ਕੋਈ ਸਤਨਾਮ, ਘਰੋਂ ਇਕੱਲਾ ਨਿਕਲਿਆ ਸੀ ਰੱਬ ਨੂੰ ਪਾਉਣ ਵਾਸਤੇ, ਪਰ ਰੱਬ ਤਾਂ ਭੁੱਲ ਭੱਲ ਗਿਆ। ਚੱਲ ਇੱਥੇ ਹਰ ਮਿਲਣ ਕੋ ਵਿੱਚੇ ਅਟਕਿਓ ਚੀਤ, ਰਾਹ 'ਚ ਹੀ ਫਸ ਗਿਆ। ਕੋਈ ਸਤਨਾਮ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇਹ ਸੰਸਾਰ ਦੇ ਵਿੱਚ ਵਿਸ਼ੇ ਵਿਕਾਰਾਂ ਦੀਆਂ ਗੰਦਲਾਂ ਰੱਖੀਆਂ ਹੋਈਆਂ, ਉੱਤੇ ਖੰਡ ਚੜਾ ਕੇ ਵਿੱਚੋਂ ਕੌੜੀਆਂ ਦੁਖਦਾਈ। ਧਰੀਆਂ ਖੰਡ ਲਿਵਾੜ, ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਕਈ ਠੇਡਾ ਮਾਰ ਕੇ ਟੱਪ ਗਏ, ਕਈ ਇਹਨਾਂ ਨੂੰ ਵੇਖ ਕੇ ਇਹਨਾਂ ਵਿੱਚ ਹੀ ਫਸ ਕੇ ਖੜ ਗਏ। ਕਹੋ ਸਤਨਾਮ। ਇਸ ਕਰਕੇ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਆ ਭਾਗ ਮੂਹਰੇ ਆੜਾ ਲਾ ਕੇ। ਵੱਡੋ ਆ ਭਾਗ, ਮਾੜੇ ਭਾਗ ਆ ਉਸਦੇ ਜੇ ਰੱਬ ਨੂੰ ਪਾਉਂਦਾ ਕਿਤੇ ਰਾਹ 'ਚ ਹੀ ਫਸ ਗਿਆ ਹੈ, ਤੇ ਨਾ ਉਧਰ ਦਾ ਤੇ ਨਾ ਉਧਰ ਦਾ। ਇਹਨੂੰ ਕਹਿੰਦੇ ਹਨ ਧਰਮੀ ਹੋਣਾ। ਧਰਮ ਆਤਮਾ ਤੇ ਜਬਹੀਨ ਰਹੇ ਅਨਾਤਮ ਧਰਮ ਲੀਨ। ਹੁਣ ਧਰਮ ਦੀ ਗੱਲ ਸਮਝ ਲਈ। ਅੱਗੇ ਹੈ ਅਧਰਮ। ਅਧਰਮ ਕੀ ਹੈ? ਇਸ ਧਰਮ ਨੂੰ ਭੁੱਲ ਜਾਣਾ ਕਿ ਮੈਂ ਆਤਮਾ ਹਾਂ, ਮੈਂ ਵੀ ਆਤਮਾ ਹਾਂ। ਘਟ ਘਟ ਮੈਂ ਹਰਜੂ ਵਸੈ, ਉਹ ਵੀ ਸਾਰੇ ਆਤਮਾ ਹਨ। ਇਹ ਆ ਅਸਲੀ ਧਰਮ ਦੀ ਡੈਫੀਨੇਸ਼ਨ। ਪਰ ਜਦੋਂ ਇਹ ਭੁੱਲ ਜਾਣਾ ਕਿ ਮੈਂ ਪਰਮੇਸ਼ਰ ਦੀ ਅੰਸ਼ ਹਾਂ ਤੇ ਆਪਣੇ ਆਪ ਨੂੰ ਚੌਧਰੀ ਮਨੁੱਖ ਜੇ ਉਹ ਸਮਝਣਾ ਸ਼ੁਰੂ ਕਰ ਦੇਣਾ, ਉਹਨੂੰ ਕਹਿੰਦੇ ਹਨ ਅਧਰਮ। ਰਹਿ ਅਨਾਤਮ ਧਰਮੰ ਲੀਨ। ਉਹ ਕਹਿਣ ਲੱਗੇ ਧਰਮ ਦੇ ਬਾਹਰ ਨਿਕਲ ਜਾਂਦਾ ਜੀ। ਇਹ ਅਧਰਮ ਕਰੀਜੇ ਬਰਨਾ ਮਰਨਾ, ਸਤਨਾਮ ਸਿਮਰਨ ਨਹਿ ਮਰਨਾ। ਇਸ ਨੂੰ ਅਧਰਮ ਕਹਿੰਦੇ ਹਨ ਜਿੱਥੇ ਮਰਨ ਵੇਲੇ ਸਤਨਾਮ ਦਾ ਸਿਮਰਨ ਨਹੀਂ ਹੁੰਦਾ। ਜਿਸ ਵੇਲੇ ਪੈਂਦੇ ਖਾਂ ਦੇ ਨਾਲ 6ਵੇਂ ਪਾਤਸ਼ਾਹ ਜੀ ਦਾ ਜੰਗ ਹੋਇਆ, ਪੈਂਦੇ ਖਾਂ ਹੰਕਾਰ 'ਚ ਆ ਗਿਆ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਤੋਂ ਵੱਧ ਤਕੜਾ ਹਾਂ। ਭਾਵੇਂ ਕਿ ਉਸ ਨੂੰ ਇਤਨੀ ਜਿਹੜੀ ਤਾਕਤ ਦੇਣੀ ਕੀਤੀ ਉਹ 6ਵੇਂ ਪਾਤਸ਼ਾਹ ਨੇ ਦੇਣੀ ਕੀਤੀ। ਔਰ ਇੱਕ ਵਾਰੀ ਪਠਾਣਾਂ ਦੇ ਨਾਲ ਰਲ ਕੇ ਗੁਰੂ ਸਾਹਿਬ ਦੇ ਐਂਟੀ ਲੜਨ ਵਾਸਤੇ ਆ ਗਿਆ। ਕਹਿੰਦਾ ਗੱਲ ਹੀ ਕੋਈ ਨਹੀਂ, ਹਰਗੋਬਿੰਦ ਸਾਹਿਬ ਨੂੰ ਤਾਂ ਮੈਂ ਫੜ ਲੂੰਗਾ, ਮੇਰੇ 'ਚ ਬਹੁਤ ਤਾਕਤ ਹੈ। ਇਹ ਮੂਹਰੇ ਲੱਗ ਗਿਆ ਤੇ ਮਗਰ ਪਠਾਨ ਆ ਗਏ। ਤੇ ਗੁਰੂ ਪਿਆਰੋ ਜੰਗ ਦੇ ਵੀ 6ਵੇਂ ਪਾਤਸ਼ਾਹ ਜੀ ਵੀ ਸਿੰਘਾਂ ਦੇ ਮੂਹਰੇ ਆ ਗਏ, ਸਿੱਖਾਂ ਦੇ ਮੂਹਰੇ। ਕਹਿੰਦੇ ਆ ਜਾ, ਆਪਣੀ ਦੋਨਾਂ ਦੀ ਲੜਾਈ ਹੋਵੇਗੀ। ਹੁਣ ਤੈਨੂੰ ਵਰ ਦਿੱਤਾ, ਵੈਸੇ ਲੱਗਿਆ ਦਰਖਤ ਪੱਟਣਾ ਬਹੁਤ ਔਖਾ ਹੈ, ਤੇ ਹੁਣ ਤੈਨੂੰ ਮੈਂ ਕੀ ਕਹਾਂ, ਤੂੰ ਆਪ ਚੜ੍ਹ ਕੇ ਆ ਗਿਆ, ਹੁਣ ਤੂੰ ਪਹਿਲਾਂ ਵਾਰ ਕਰ ਲੈ। ਔਰ ਉਹਨੇ ਵਾਰ ਕਰਨੇ ਸ਼ੁਰੂ ਕੀਤੇ। ਪਾਤਸ਼ਾਹ ਜੀ ਨੇ ਆਪਣੀ ਫੁਰਤੀ ਦੇ ਨਾਲ ਘੋੜਾ ਹਿਲਾ ਕੇ ਉਹਦੇ ਵਾਰਾਂ ਤੋਂ ਬਚਣਾ ਕੀਤਾ। ਇੱਕ ਵਾਰ ਕੀਤਾ, 2 ਕੀਤੇ, 3 ਕਰ ਲਏ। ਪਾਤਸ਼ਾਹ ਕਹਿੰਦੇ ਠਹਿਰ ਜਾ, ਤੈਨੂੰ ਵਾਰ ਨਹੀਂ ਕਰਨਾ ਆਉਂਦਾ, ਮੈਂ ਸਿਖਾਉਣਾ। ਇੰਨਾ ਕਹਿ ਕੇ ਤਲਵਾਰ ਚਲਾਈ ਤੇ ਧੌਣ ਤੋਂ ਲੈ ਕੇ ਗਾਤਰੇ ਵਾਂਗੂ ਟੇਢਾ ਚੀਰ ਪਾ ਕੇ ਸਰੀਰ ਵੱਢਤਾ, ਥੱਲੇ ਡਿੱਗ ਪਿਆ, ਮਰਿਆ ਨਹੀਂ ਗਾ, ਸਹਿਕਦਾ। ਜਾਨ ਨਿਕਲਣੀ ਹੀ ਵਾਲੀ ਆ। ਤੇ ਪਾਤਸ਼ਾਹ ਘੋੜੇ ਤੋਂ ਉਤਰੇ ਤੇ ਢਾਲ ਮੂੰਹ 'ਤੇ ਕੀਤੀ, ਕਹਿ ਰਿਹਾ ਸੀ ਹਾਏ ਮਾਂ, ਹਾਏ ਮਾਂ,
ਪਾਤਸ਼ਾਹ ਕਹਿੰਦੇ ਇਹ ਹੈ ਮਾਂ ਕਰਨਾ ਤੇਰਾ ਧਰਮ ਨਹੀਂ ਹੈ, ਆਪਣੇ ਧਰਮ ਨੂੰ ਕਾਇਮ ਕਰ। ਸਾਡਾ ਵੀ ਨਾਮ ਬਦਨਾਮ ਹੁੰਦਾ ਹੈ। ਇੰਨਾ ਚਿਰ ਗੁਰੂ ਸਾਹਿਬ ਕੋਲੇ ਰਹਿ ਕੇ ਮੁਕਤੀ ਨਹੀਂ ਹੋਈ, ਇਸ ਦੀ ਕੀ ਗੱਲ ਬਈ? ਕਹੋ ਸਤਿਨਾਮ। ਕਲਮਾ ਪੜ੍ਹ ਆਪਦਾ। ਹੁਣ ਕਲਮਾ ਪੜ੍ਹਨ ਦਾ ਸਮਾਂ ਤੇ ਅੰਤ ਵੇਲੇ ਪੈਂਦੇ ਖਾਂ ਨੂੰ ਕਲਮਾ ਪੜ੍ਹਾਇਆ ਜਾਂਦੇ ਜਾਂਦੇ। ਕਹੋ ਸਤਿਨਾਮ। ਧਰਮ ਕੀ ਹੈ? ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਕੋਏ, ਐਸੀ ਮਰਨੀ ਜੇ ਮਰੈ ਬਹੁਰ न मरना होए, क्या जाना कि मरा के कैसा मरना होए। कैसा होए? मरण वेले जेकर सह मनो न विसरै ता सहला मरना होए, वो सही धर्म है। मौत ਤਾਂ ਧਰਮ ਕੀ ਹੈ ਕਿ ਮਰਨ ਵੇਲੇ ਰੱਬ ਯਾਦ ਨਾ ਆਉਣਾ। ਅਥਵਾ ਸੁਚਦਾਨੰਦ ਸਰੂਪ ਨੈ ਸਿਮਰਨ ਸੋ ਮਰਨ ਕਰੂਪ। ਜਿੱਥੇ ਸੱਚ ਦਾ ਆਨੰਦ ਸਰੂਪ ਆਤਮਾ ਰੂਪ ਕਰਕੇ ਚਿੰਤਨ ਨਹੀਂ ਕੀਤਾ, ਕਿਉਂਕਿ ਜ਼ਿੰਦਗੀ ਵਿੱਚ ਕਦੇ ਕੀਤਾ ਨਹੀਂ, ਤੇ ਮਰਨ ਵੇਲੇ ਕਿੱਥੋਂ ਯਾਦ ਆ ਜਾਊਗਾ? ਕੋਈ ਸਤ ਆ ਪਹਿਲਾਂ ਜੋ ਕਰਦੇ ਆ ਆਪਾਂ ਇਹ ਅਭਿਆਸ ਉਹ ਮੌਤ ਵਾਲੇ ਦਿਨ ਵਾਸਤੇ ਕਰਦੇ ਆ। ਜੋ ਵੀ ਕਰਦੇ ਆ ਮੌਤ ਵਾਲੇ ਉਸ ਸਮੇਂ ਵਾਸਤੇ ਜਿਹੜਾ ਕਿ ਕੁਝ ਮਿੰਟਾਂ ਸਕਿੰਟਾਂ ਦਾ ਹੋਵੇਗਾ। ਸਰੀਰ ਨੂੰ ਛੱਡਣ ਵੇਲੇ ਕੀ ਕਰਨਾ ਹੈ? ਇੱਥੇ ਮਰਨਾ ਤੇ ਜਿਉਣਾ ਸਿਖਾਇਆ ਜਾਂਦਾ। ਕੋਈ ਸਤਨਾਮ। ਇੱਥੇ ਜਿਉਣਾ ਮਰਨਾ ਦੋਨੇ ਸਿਖਾਏ ਜਾਂਦੇ ਆ। ਅਥਵਾ ਜਾਂ ਸੱਚ ਦਾ ਆਨੰਦ ਸਰੂਪ ਨੂੰ, ਪਰਮੇਸ਼ਰ ਨੂੰ, ਆਤਮਾ ਨੂੰ ਨਾ ਸਮਝਣਾ। ਨੈ ਸਿਮਰਨ ਸੋ ਮਰਨ ਕਰੂਪ। ਜਿਹੜਾ ਇੱਦਾਂ ਮਰਦਾ ਹੈ ਉਹਦਾ ਮਰਨਾ ਬਹੁਤ ਭਿਆਨਕ ਭੈੜਾ ਹੈ, ਉਹਦੀ ਮ੍ਰਿਤੂ ਬਹੁਤ ਮਾੜੀ ਹੈ। ਜਨਮ ਸਤਨਾਮ ਦੇਵ ਅੰਗ ਬ੍ਰਹਮਾ ਸਮਾ, ਇਸ ਵਿਦਿਆ ਕੀ ਉਤਪਤ ਜਨਮ। ਜਦੋਂ ਅਸੀਂ ਜਨਮ ਲੈਂਦੇ ਹਾਂ ਉਦੋਂ ਸਾਡੀ ਲਿਵ ਲੱਗੀ ਹੁੰਦੀ ਹੈ ਬੱਚੇ ਦੀ। ਸਭ ਨੂੰ ਪਤਾ ਹੈ, ਡਾਕਟਰਾਂ ਨੂੰ, ਮਨੁੱਖਾਂ ਨੂੰ ਵੀ ਪਤਾ, ਬੀਬੀਆਂ ਨੂੰ ਵੀ ਪਤਾ। ਜਦ ਬੱਚੇ ਦਾ ਜਨਮ ਹੁੰਦਾ ਹੈ ਤੇ ਜਨਮ ਹੋਣ ਤੋਂ ਬਾਅਦ ਉਸ ਬੱਚੇ ਨੂੰ ਮਾਂ ਤੋਂ ਅਲੱਗ ਕਰਕੇ ਨਾੜੂਆ ਬੰਨ੍ਹ ਕੇ ਉਸ ਬੱਚੇ ਨੂੰ ਨਵਾ ਧਵਾ ਕੇ ਸਭ ਤੋਂ ਪਹਿਲਾਂ ਰਵਾਇਆ ਜਾਂਦਾ। ਕਹੋ ਸਤਿਨਾਮ। ਕਿਉਂ ਰਵਾਇਆ ਜਾਂਦਾ ਹੈ? ਜੇ ਉਹ ਰੋਂਦਾ ਨਹੀਂ ਉਹਦਾ ਧਿਆਨ ਅੱਖਾਂ 'ਚੋਂ ਬਾਹਰ ਨਹੀਂ ਨਿਕਲਦਾ, ਤੇ ਜੇ ਉਹਦਾ ਧਿਆਨ ਨੇਤਰਾਂ 'ਚੋਂ ਬਾਹਰ ਨਾ ਆਇਆ ਤੇ ਫਿਰ ਉਹ ਦੁਨੀਆ ਨਾਲ ਨਹੀਂ ਜੁੜਦਾ, ਤੇ ਜਿਹੜਾ ਦੁਨੀਆ ਨਾਲ ਨਾ ਜੁੜਦਾ ਉਹ ਸਿੱਧਾ ਸਾਦਾ ਸਧਾਰਨ ਰਹਿ ਜਾਊਗਾ। ਇਸ ਕਰਕੇ ਹਰ ਬੱਚਾ ਸਾਡਾ ਵਧੀਆ ਹੋਵੇ ਤਾਂ ਤੇ ਡਾਕਟਰ ਉਸ ਨੂੰ ਪਹਿਲਾਂ ਸਭ ਤੋਂ ਰਵਾਉਂਦੇ ਹੈ, ਭਾਵ ਉਹਨੂੰ ਉੱਥੋਂ ਤੋੜਦੇ ਆ ਜਿੱਥੇ ਮਾਂ ਦੇ ਉਦਰ ਵਿੱਚ ਬੈਠ ਕੇ ਜੁੜਿਆ ਸੀਗਾ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਉਹ ਸਿਮਰਨ ਦੁਬਾਰੇ ਲੈਣਾ ਹੈ ਤੇ ਮੌਤ ਵੇਲੇ ਉੱਥੇ ਧਿਆਨ ਲੈ ਕੇ ਜਾਣਾ ਹੈ ਜਿੱਥੇ ਜੰਮਣ ਵੇਲੇ ਧਿਆਨ ਸੀ। ਕਹੋ ਸਤਿਨਾਮ। ਵਿਚਾਲੇ ਵਿਚਾਲੇ ਜ਼ਿੰਦਗੀ ਜਿਉਣੀ ਸੀ, ਦੁਨੀਆ ਨਾਲ ਜੁੜਨਾ ਸੀਗਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਵੇਵ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛਿਆ ਜਾਤ, ਸੱਤਵੇਂ ਸੰਜ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਾ ਨਾਸ, ਨੌਵੇਂ ਧੌਲੇ ਉੱਭੇ ਸਾਹ, ਦਸਵੇਂ ਦੱਦਾ ਹੋਆ ਸਗਾ ਸੁਹਾ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਪਤਾ ਨਹੀਂ ਕਿੱਧਰ ਚਲਿਆ ਗਿਆ। 100 ਸਾਲ ਦਾ ਹੋ ਕੇ ਮਰ ਗਿਆ। ਮਰਨ ਵੇਲੇ ਇਹ ਨਹੀਂ ਯਾਦ ਕੀਤਾ ਕਿ ਮੈਂ ਆਪਦੇ ਘਰੇ ਜਾਣਾ, ਪਤਾ ਨਹੀਂ ਕਿ ਟੇਡੀਆਂ ਜੂਨਾਂ 'ਚ ਪੈ ਗਿਆ। ਕਈ ਜਨਮ ਪੈ ਕੀਟ ਪਤੰਗਾ, ਉਹ 84 ਲੱਖ ਜੂਨ ਫਿਰ ਚੱਕਰ ਸ਼ੁਰੂ ਕਰ ਲਿਆ। ਕੋਈ ਸਤਨਾਮ। 10 ਮੈਂ ਦੱਦਾ ਹੋਆ ਸੁਹਾ, ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ। ਤੇ ਮਗਰੋਂ ਕੀ ਕਹਿੰਦੇ ਆ? ਇੱਕ ਫਲਾਨਾ ਸਿਓ ਉਹ ਤਾਂ ਗਿਆ, ਮਰ ਗਿਆ, ਉਹ ਤਾਂ ਚਲਿਆ ਗਿਆ, ਬਸ ਇੰਨਾ ਹੀ ਰਹਿ ਗਿਆ। ਆਇਆ ਗਿਆ ਮੋਇਆ, ਫਲਾਨਾ ਸਿਓ ਆਇਆ, ਉਹ ਮਿਲਦਾ ਨਹੀਂ, ਉਹ ਚਲਿਆ ਗਿਆ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਬ, ਤੇ ਮੂਰਖ ਲੋਕ ਆ ਸ਼ਰਾਧ ਕਰ ਕਰਕੇ ਕੋਠਿਆਂ ਦੇ ਉੱਤੇ ਖੀਰ ਪੂਰੀਆਂ ਧਰ ਕੇ ਕਾਵਾਂ ਨੂੰ ਕਹਿੰਦੇ ਬਾਪੂ ਖਾ ਲਾ, ਜੇ ਕੋਈ ਖਾਣ ਠੁੰਗ ਲਾ ਜੇ ਉਹ ਬਾਪੂ ਖਾ ਗਿਆ। ਕਿੱਡੇ ਮੂਰਖ ਲੋਕ ਹੈ, ਆਪਦੇ ਮਾਂ ਪਿਓ ਨੂੰ ਕਾਂ ਬਣਾਈ ਜਾਂਦੇ ਆ, ਕੁੱਤੇ ਬਣਾਈ ਜਾਂਦੇ ਆ। ਕਬੀਰ ਸਾਹਿਬ ਬੜੀ ਭੈੜੀ ਚੋਟ ਕਰਦੇ ਆ ਇਸ ਵਿਸ਼ੇ 'ਤੇ। ਜੇ ਤੁਹਾਨੂੰ ਸਮਝ ਆ ਜੇ ਸ਼ਾਇਦ ਤੁਸੀਂ ਸਰਾਧ ਨਾ ਕਰੋ, ਮੁੜ ਕੇ ਕਾਵਾਂ ਕੁੱਤਿਆਂ ਨੂੰ ਸੱਦ ਕੇ ਰੋਟੀਆਂ ਨਾ ਖਵਾਓ। ਕਿਸੇ ਭੁੱਖੇ ਬੰਦੇ ਨੂੰ ਰੋਟੀ ਖਵਾਉਣੀ ਚੰਗੀ ਗੱਲ ਹੈ, ਪਰ ਕਾਵਾਂ ਕੁੱਤਿਆਂ ਨੂੰ ਆਪਣੇ ਪਿਓ ਸਮਝ ਕੇ ਬਾਪੂ ਸਰਾਧ ਖਾ ਲਾ, ਬਹੁਤ ਗਲਤ ਹੈ। ਜੀਵਤ ਪਿੱਤਰ ਨ ਮਾਨਿਆ ਕਉ, ਮੂਏ ਸਰਾਧ ਕਰਾਹੀ, ਪਿੱਤਰ ਭੀ ਬਪਰੇ ਕਹੋ ਕਿਉਂ ਪਾਵੈ, ਕਊਆ ਕੂਕਰ ਖਾਹੀ। ਤੁਹਾਡੇ ਮਾਂ ਪਿਓ ਕਾਂ ਕੁੱਤੇ ਬਣੇ ਹੋਣਗੇ, ਆਪਣ ਪਿੱਤਰ ਨਾ ਇਸੇ ਕਹੀਏ। ਸਾਡੇ ਬੁੜੇ ਨਹੀਂ ਕਾਂ ਬਣ ਕੇ ਖੀਰ ਖਾਣ ਆਉਂਦੇ। ਕਬੀਰ ਸਾਹਿਬ ਦਾ ਬਚਨ ਬਾਣੀ 'ਚ ਆ, ਮੈਂ ਕੋਲੋਂ ਨਹੀਂ ਕਿਹਾ ਹੈਗਾ, ਬਾਣੀ 'ਚ ਲਿਖਿਆ ਹੋਇਆ। ਆਪਣ ਪਿੱਤਰ ਨਾ ਇਸੇ ਕਹੀਏ। ਆਪਣੇ ਮਾਂ ਪਿਓ ਨੂੰ ਇੱਦਾਂ ਦੇ ਬਚਨ ਨਾ ਕਹੋ ਵੀ ਸਾਡਾ ਬਾਪੂ ਕਾਂ ਬਣ ਕੇ ਰੋਟੀ ਖਾ ਕੇ ਜਾਊਗਾ। ਕਹੋ ਸਤਨਾਮ। ਕੀ ਗੱਲ ਬਈ, ਚੰਗਾ ਸੇਵਾ ਕਰ ਰਹੇ ਹੋ ਬਾਪੂ ਦੀ, ਕਾਂ ਬਣਾਤਾ ਚੱਕ ਕੇ ਉਹਨੂੰ।
ਮੇਰੇ ਪ੍ਰੀਤਮ ਜੀ ਕਹਿੰਦੇ। ਇਸ ਕਰਕੇ ਆਪਾਂ ਅੱਗੇ ਨਾ ਚੱਲੀਏ ਹੁਣ। ਤਾਂ ਪਾਤਸ਼ਾਹ ਜੀ ਕਹਿੰਦੇ ਅਥਵਾ ਸੱਚ ਦਾ ਆਨੰਦ ਸਰੂਪ ਨੈ ਸਿਮਰਨ ਸੋ ਮਨ ਕਰੂਪ ਜਨਮ ਸਤ ਨਾਮ ਲਿਵ ਅਹੰ ਬ੍ਰਹਮ ਅੰਸਮੀ। ਜਨਮ ਵੇਲੇ ਨੂੰ ਯਾਦ ਸੀ ਮੈਂ ਪਰਮੇਸ਼ਰ ਦੀ ਅੰਸ਼ ਹਾਂ। ਇਸ ਵਿਦਿਆ ਕੀ ਉਤਪਤੀ ਜਨਮ, ਇਹ ਵਿਦਿਆ ਜਨਮ 'ਚ ਹੀ ਲੈ ਕੇ ਆਇਆ ਹੈ, ਪਰ ਜਦੋਂ ਸੰਸਾਰ 'ਚ ਆਇਆ ਤੇ ਫਿਰ ਇਹਦੇ ਅੰਦਰ ਕੀ ਕੁਛ ਭਰ ਗਿਆ ਤੇ ਫਿਰ ਜਾਣ ਵੇਲੇ ਨਾਲ ਲੈ ਕੇ ਕੀ ਜਾਣਾ, ਇਹ ਅਗਲੀ ਕਥਾ ਵੀ ਸਰਵਣ ਕਰਾਂਗੇ। ਬਹੁਤ ਸੁੰਦਰ ਵਿਚਾਰਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀਆਂ, ਹੌਲੀ ਹੌਲੀ ਸਰਵਣ ਕਰਨ ਵਾਲੀਆਂ ਡੂੰਘੀਆਂ ਵਿਚਾਰਾਂ ਗੁਰੂ ਕਿਰਪਾ ਕਰਨ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਜਦ ਮਨੁੱਖ ਸੰਸਾਰ 'ਚ ਆਇਆ, ਸੰਸਾਰ ਦੇ ਵਿੱਚ ਆਉਂਦੇ ਨੂੰ ਇਹਨੂੰ ਨਿਜ ਸਰੂਪ ਨਾਲੋਂ ਤੋੜਿਆ ਗਿਆ। ਜਿੱਥੇ ਜੁੜਿਆ ਹੋਇਆ ਸੀ ਉੱਥੋਂ ਤੋੜਤਾ। ਤੋੜਨ ਤੋਂ ਬਾਅਦ ਕਿੱਧਰ ਨੂੰ ਫਿਰ ਇਹ ਚੱਲਿਆ ਤੇ ਅਖੀਰ ਕੀ ਹੋਇਆ, ਇਹ ਅੱਗੇ ਵਿਚਾਰਾਂ ਹੋਰ ਬਹੁਤ ਸੁੰਦਰ ਦਿੱਤੀਆਂ। ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤ ਅੱਜ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश हे पूरन हे सर्व में जन गुणतास हे संगी हे निरंकार हे निर्गुण सब टेक हे गोविंद हे गुण निदान सदा विवेक हे अपरंपर हर हरे हो बनहार हे संत कै सदा संग आधार हे ठाकुर हों दासरो निर्गुण गुण नहीं कोई नानक दीजै नाम दान आए प्रभ शरनागति नित दयाल एक अखर हर मन बसत निहाल एक अंकार सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह।